ਸਵਾਗਤ। ਗੱਲਾਂ ਤੇ ਗੀਤ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਨਿੱਘਾ ਖੈਰ ਮਕਦਮ ਕਰਦਾ ਜੀ। ਮੈਂ ਹਾਂ ਤੁਹਾਡਾ ਆਪਣਾ ਚਰਨਜੀਤ ਜੋਗੀ। ਇਹਦੇ ਵਿੱਚ ਅਸੀਂ ਗੱਲਾਂ ਕਰੀਦੀਆਂ ਨੇ ਤੁਹਾਡੀ ਜ਼ੁਬਾਨ ਦੇ ਵਿੱਚ, ਔਰ ਗੀਤ ਕਰੀਦੇ ਨੇ ਉਹ ਜੋ ਤੁਹਾਡੇ ਜ਼ਿਹਨ ਦੇ ਵਿੱਚ ਹੁੰਦੇ ਨੇ। ਔਰ ਇਹਨਾਂ ਹੀ ਗੱਲਾਂ ਤੇ ਗੀਤਾਂ ਦਾ ਸਫ਼ਰ ਲੈ ਕੇ ਅਸੀਂ ਇੱਕ ਵਾਰ ਮੁੜ ਹਾਜ਼ਰ ਹਾਂ। ਇੱਕ ਅਖਾਣ ਇੱਥੇ ਮੈਨੂੰ ਚੇਤੇ ਆ ਰਹੀ ਹੈ, ਕਹਿੰਦੇ ਨੇ ਕਿ ਸੱਜਾ ਖੱਬੇ ਨੂੰ ਧੋਂਦਾ। ਬਹੁਤ ਪੁਰਾਣੀ ਪੰਜਾਬੀਆਂ ਦੀ ਅਖਾਣ ਹੈ ਉਹ ਸਾਡੀ। ਔਰ ਇਹਦਾ ਮਤਲਬ ਇਹ ਹੁੰਦਾ ਹੈ ਕਿ ਬੰਦਾ ਇਕੱਲਾ ਕੋਈ ਵੀ ਵੱਡਾ ਨਹੀਂ ਹੋ ਸਕਦਾ। ਸਾਨੂੰ ਕਦੇ ਨਾ ਕਦੇ ਕਿਤੇ ਨਾ ਕਿਤੇ ਕਿਸੇ ਨਾ ਕਿਸੇ ਵੇਲੇ ਕਿਸੇ ਦੀ ਲੋੜ ਪੈਂਦੀ ਹੈ ਤੇ ਜਾਂ ਫਿਰ ਖੁਦ ਕਿਸੇ ਦਾ ਸਹਾਰਾ ਬਣਨਾ ਪੈਂਦਾ ਹੈ। ਇਹ ਇੱਕ ਦੂਸਰੇ ਦਾ ਸਹਾਰਾ ਬਣ ਕੇ ਜ਼ਿੰਦਗੀ ਲੰਘਦੀ ਹੈ। ਤੇ ਇਸੇ ਤਰ੍ਹਾਂ ਹੀ ਅੱਜ ਸਾਡੀਆਂ ਗੱਲਾਂ ਦੇ ਵਿੱਚ ਜ਼ਿਕਰ ਹੋਏਗਾ ਉਹਨਾਂ ਸੰਸਥਾਵਾਂ ਦਾ ਜਿਹੜੀਆਂ ਇੱਕ ਦੂਸਰੇ ਦਾ ਸਹਾਰਾ ਬਣਦੀਆਂ ਨੇ, ਕਿਸੇ ਨੂੰ ਸਹਾਰਾ ਦੇ ਕੇ ਉਸ ਨੂੰ ਸਕੂਨ ਦਿੰਦੀਆਂ ਨੇ, ਜ਼ਿੰਦਗੀ ਨੂੰ ਜਿਉਣ ਦਾ ਇੱਕ ਬਹੁਤ ਵੱਡਾ ਮੌਕਾ ਦਿੰਦੀਆਂ ਨੇ। ਅੱਜ ਸਾਡੀਆਂ ਗੱਲਾਂ ਬਾਤਾਂ ਦੇ ਵਿੱਚ ਸ਼ਾਮਲ ਹੋਣਗੇ ਸਾਡੇ ਨਾਲ ਬਹੁਤ ਹੀ ਤੁਹਾਡੇ ਸਾਰਿਆਂ ਦੇ ਜਾਣੇ ਪਛਾਣੇ ਹਰਮਨ ਪਿਆਰੇ IPS ਅਧਿਕਾਰੀ ਗੁਰਪ੍ਰੀਤ ਸਿੰਘ ਜੀ ਤੂਰ। ਹਰਮਨ ਪਿਆਰੇ ਇਸ ਕਰਕੇ ਨੇ ਕਿਉਂਕਿ ਉਹਨਾਂ ਦੀ ਖਾਕੀ ਵਰਦੀ ਦੇ ਅੰਦਰ ਇੱਕ ਸਾਹਿਤਕ ਦਿਲ ਧੜਕਦਾ ਹੈ ਔਰ ਉਹਨਾਂ ਨੇ ਅੱਧੀ ਦਰਜਨ ਦੇ ਕਰੀਬ ਕਿਤਾਬਾਂ ਜਿਹੜੀਆਂ ਉਹ ਪੰਜਾਬੀ ਮਾਂ ਬੋਲੀ ਦੀ ਝੋਲੀ ਦੇ ਵਿੱਚ ਪਾਈਆਂ ਨੇ। ਤੂਰ ਸਾਹਿਬ, ਸਾਡੇ ਇਸ ਪ੍ਰੋਗਰਾਮ ਦੇ ਵਿੱਚ ਪਹਿਲਾਂ ਤੁਹਾਡਾ ਨਿੱਘਾ ਸਵਾਗਤ ਕਰਦੇ ਹਾਂ। ਸ਼ੁਕਰੀਆ ਜੋਗੀ ਜੀ, ਧੰਨਵਾਦ ਜੀ। ਤੇ ਗੱਲ ਕਰਾਂਗੇ ਅੱਜ ਅਸੀਂ ਗੈਰ ਸਰਕਾਰੀ ਸੰਸਥਾਵਾਂ ਜੀ, ਜਿਨ੍ਹਾਂ ਨੂੰ ਅਸੀਂ ਆਮ ਬੋਲਚਾਲ ਦੇ ਵਿੱਚ NGO ਆਖਦੇ ਹਾਂ। ਇਹ ਜਿਹੜੀਆਂ NGO ਨੇ, ਇਹਨਾਂ ਨੂੰ ਕਿਸ ਰੂਪ ਦੇ ਵਿੱਚ ਅਸੀਂ ਦੇਖਦੇ ਹਾਂ? ਕੀ ਹੈ ਇਹ NGO ਤੇ ਇਹਨਾਂ ਦੀ ਸਾਡੇ ਲਈ, ਸਾਡੇ ਸਮਾਜ ਲਈ ਕੀ ਮਹੱਤਵ ਹੈ? ਜੋਗੀ ਜੀ, ਜਦੋਂ ਅਸੀਂ NGO ਦੀ ਗੱਲ ਕਰਦੇ ਹਾਂ ਤੇ ਮੈਂ ਸੋਚਦਾ ਵੀ ਵਿਅਕਤੀ ਜਾਂ ਵਿਅਕਤੀਆਂ ਦਾ ਸਮੂਹ ਜਿਹੜਾ ਮਨੁੱਖਤਾ ਦੀ ਭਲਾਈ ਲਈ ਜਾਂ ਲੋੜਵੰਦਾਂ ਦੀ ਮਦਦ ਲਈ ਯਤਨਸ਼ੀਲ ਆ, ਉਹਨੂੰ ਅਸੀਂ NGO ਆਖਦੇ ਹਾਂ ਜੀ। ਜੇ ਅਸੀਂ ਆਪਣੀ ਗੱਲ ਕਰੀਏ ਆਪਣੇ ਸੂਬੇ ਦੀ, ਆਪਣੀ ਮਾਂ ਬੋਲੀ ਦੀ, ਆਪਣੇ ਦੇਸ਼ ਦੀ ਜੀ, ਤੇ ਤੁਸੀਂ ਵੇਖੋਗੇ ਸਾਡਾ ਕੋਈ ਧਾਰਮਿਕ ਪ੍ਰੋਗਰਾਮ ਹੁੰਦਾ ਤੇ ਬਹੁਤੀ ਵਾਰੀ ਜਿਹੜੀਆਂ ਚੀਜ਼ਾਂ NGOs ਦੇ ਵਿੱਚ ਸਾਡੇ ਜ਼ਿਆਦਾ ਸਾਹਮਣੇ ਸ਼ਬਦ ਆਉਂਦਾ ਹੋਏਗਾ ਭਾਈ ਕਨ੍ਹਈਆ ਟਰਸਟ ਜਾਂ ਭਾਈ ਕਨ੍ਹਈਆ ਸੇਵਾ ਸੁਸਾਇਟੀ ਜੀ। ਸੋ ਇਹਨੂੰ ਖੋਲ੍ਹ ਕੇ ਆਪਾਂ NGOs ਦਾ ਸੰਕਲਪ ਖੋਲ੍ਹ ਸਕਦੇ ਹਾਂ ਬਈ NGOs ਹੁੰਦੀਆਂ ਕੀ ਹੈ ਜੀ। ਤੇ ਭਾਈ ਕਨ੍ਹਈਆ ਜੀ ਆਪਾਂ ਸਾਰੇ ਜਾਣਦੇ ਹਾਂ, ਜਦੋਂ ਯੁੱਧ ਦੇ ਵਿੱਚ ਮਸਕ ਲੈ ਕੇ ਪਾਣੀ ਪਿਆਉਂਦੇ ਸੀ ਤੇ ਸਾਰਿਆਂ ਨੂੰ ਉਹਨਾਂ ਦੀ ਸ਼ਿਕਾਇਤ ਹੋਈ 10ਵੇਂ ਪਾਤਸ਼ਾਹ ਅੱਗੇ ਵੀ ਪਾਤਸ਼ਾਹ ਤਾਂ ਦੁਸ਼ਮਣਾਂ ਨੂੰ ਵੀ ਪਿਆਉਂਦੇ ਆ ਪਾਣੀ। ਤੇ ਗੁਰੂ ਸਾਹਿਬ ਨੇ ਉਹਨਾਂ ਨੂੰ ਸੱਦਿਆ ਤੇ ਜਦੋਂ ਸੱਦਿਆ ਤੇ ਉਹਨਾਂ ਨੇ ਪੁੱਛਿਆ ਭਾਈ ਸਾਹਿਬ ਵੀ ਥੋੜੀ ਸ਼ਿਕਾਇਤ ਮਿਲੀ ਆ? ਉਹ ਕਹਿੰਦੇ ਗੁਰੂ ਜੀ ਮੈਨੂੰ ਤਾਂ ਸਭ ਵਿੱਚ ਤੁਸੀਂ ਨਜ਼ਰ ਆਉਂਦੇ ਹੋ, ਪਰਮਾਤਮਾ ਹੀ ਨਜ਼ਰ ਆਉਂਦਾ। ਤੇ 10ਵੇਂ ਪਾਤਸ਼ਾਹ ਨੇ ਕਿਹਾ ਵੀ ਲੈ ਮੱਲਮ ਦੀ ਪੱਟੀ ਤੇ ਤੂੰ ਮੱਲਮ ਵੀ ਕਰਿਆ ਕਰ। ਸੋ ਇਹ ਭਾਵਨਾਵਾਂ ਜਿਹੜੀ ਹੈਗੀ ਆ NGOs ਦੀ। ਤੁਸੀਂ ਦੂਜਾ ਸਵਾਲ ਨਾਲ ਕੀਤਾ ਵੀ ਇਹਨਾਂ ਦੀ ਮਹੱਤਤਾ ਕੀ ਹੈ ਜੀ। ਬਹੁਤ ਹੀ ਮਹੱਤਵਪੂਰਨ ਗੱਲ ਤੁਸੀਂ ਸਾਹਮਣੇ ਰੱਖੀ ਸਾਡੇ ਦਰਸ਼ਕਾਂ ਦੇ। ਮਹੱਤਤਾ ਇਹ ਹੈ ਵੀ ਸਾਰੇ ਕੰਮ ਸਰਕਾਰਾਂ ਨਹੀਂ ਕਰ ਸਕਦੀਆਂ। ਮੈਂ ਇੱਕ ਸਰਕਾਰੀ ਅਧਿਕਾਰੀ ਹਾਂ, ਮੈਂ ਇਹ 25-30 ਸਾਲ ਦੀ ਨੌਕਰੀ ਸੀ, ਮੈਂ ਇਹਨੂੰ ਮਹਿਸੂਸ ਕੀਤਾ ਜੀ ਵੀ ਸਾਰੇ ਕੰਮ ਸਰਕਾਰਾਂ ਨਹੀਂ ਕਰ ਸਕਦੀਆਂ। ਸੋ ਕਈ ਕੰਮਾਂ ਲਈ ਸਮੂਹਿਕ ਤੇ ਸਾਂਝੇ ਯਤਨਾਂ ਦੀ ਵੀ ਲੋੜ ਹੁੰਦੀ ਹੈ। ਸੋ ਉੱਥੇ NGO ਦੀ ਬਹੁਤ ਵੱਡੀ ਮਹੱਤਤਾ। ਜੇ ਆਪਾਂ ਆਪਣੇ ਦੇਸ਼ ਤੇ ਛਾਤੀ ਮਾਰੀਏ ਤੇ 7ਵੀਂ ਪੰਚਸਲਾ ਯੋਜਨਾ 1985 ਤੋਂ 90, ਇਹ ਗੱਲ ਬਹੁਤ ਡੂੰਘਾਈ ਨਾਲ ਮਹਿਸੂਸ ਕੀਤੀ ਗਈ ਬਈ ਵਿਕਾਸ ਦੇ ਲਈ, ਖਾਸ ਤੌਰ ਤੇ ਪੇਂਡੂ ਖੇਤਰ ਦੇ ਵਿਕਾਸ ਦੇ ਲਈ ਸਾਨੂੰ ਗੈਰ ਸਰਕਾਰੀ ਸੰਸਥਾਵਾਂ ਦੀ ਲੋੜ ਆ ਜੀ। ਤੇ ਉਦੋਂ ਤੋਂ ਇਹ ਗੱਲ ਸਾਹਮਣੇ ਆਈ, ਇਹਨਾਂ ਦੀ ਰਜਿਸਟ੍ਰੇਸ਼ਨ ਸਾਹਮਣੇ ਆਈ। ਆਪਾਂ ਪਹਿਲੇ ਪੱਖ 'ਚ ਵੇਖਿਆ ਵੀ NGOs ਹੁੰਦੀਆਂ ਕੀ ਆ, ਜਿਹੜੀਆਂ ਸੁਸਾਇਟੀਜ਼ ਰਜਿਸਟ੍ਰੇਸ਼ਨ ਐਕਟ 1860 ਦੇ ਤਹਿਤ ਰਜਿਸਟਰ ਹੁੰਦੀਆਂ, ਉਹਨਾਂ ਨੂੰ ਅਸੀਂ NGO ਕਹਿੰਦੇ ਹਾਂ। ਸੋ ਉਹਨਾਂ ਨੇ ਕਿਹਾ ਵੀ ਵੋਲੰਟਰਲੀ ਕਿਹੜੀਆਂ ਸੰਸਥਾਵਾਂ ਅੱਗੇ ਆਉਣੀਆਂ ਚਾਹੀਦੀਆਂ। ਸੋ ਦੇਸ਼ ਦੇ ਵਿਕਾਸ ਲਈ ਇਹਨਾਂ ਨੂੰ ਸਾਹਮਣੇ ਲੈ ਕੇ ਆਂਦਾ, ਇਹਨਾਂ ਨੂੰ ਰਜਿਸਟਰ ਕਰਾਇਆ। ਦੂਜੀ ਗੱਲ ਜੋ ਕਿ ਜੀ ਮੈਂ ਇਹ ਵੀ ਕਹਿਣਾ ਚਾਹੁੰਦਾ, ਮੈਂ ਸੋਚਦਾ NGOs ਇੱਕ ਨਿਗਰਾਨ ਵੀ ਆ ਸਾਡੇ ਕੰਮ ਤੇ, ਸਰਕਾਰੀ ਅਧਿਕਾਰੀਆਂ ਦੇ, ਸਰਕਾਰ ਉੱਪਰ ਵੀ। ਤੁਸੀਂ ਦੇਖਿਆ ਹੋਣਾ NGOs ਕਈ ਪਬਲਿਕ ਇੰਟਰਸਟ ਲਿਟੀਗੇਸ਼ਨਸ ਮਾਨਯੋਗ ਹਾਈ ਕੋਰਟ ਪਾਉਂਦੀਆਂ ਜੀ। ਅੰਮ੍ਰਿਤਸਰ ਦੀ ਇੱਕ ਸੰਸਥਾ ਨੇ ਕੁਝ ਬਾਰੇ ਇਹ ਗੱਲ ਸਾਹਮਣੇ ਲਿਆਂਦੀ ਸੀ ਵੀ ਜਿਹੜਾ ਸ਼ਹਿਰ ਦਾ ਸੋਲਿਡ ਵੇਸਟ ਆ ਜਿਹੜਾ ਵੀ ਉਹਦੀ ਖਪਤ ਲਈ ਮਿਊਨਿਸਪਲ ਕਮੇਟੀ ਜਿਹੜੀ ਕਾਰਪੋਰੇਸ਼ਨ ਆ ਠੀਕ ਕੰਮ ਨਹੀਂ ਕਰ ਰਹੀ। ਸੋ ਇੱਕ ਬਹੁਤ ਵੱਡਾ ਨੁਕਰਾਨ ਵੀ ਆ। ਤੇ ਜੋ ਕਿ ਜਿੱਦਾਂ ਸੋਸ਼ਲ ਮੀਡੀਆ ਤੇ ਬਹੁਤ ਸਾਰੀਆਂ ਚੀਜ਼ਾਂ ਸਾਨੂੰ ਵੇਖਣ ਨੂੰ ਮਿਲਦੀਆਂ। ਮੈਂ ਇੱਕ ਵੀਡੀਓ ਕਲਿੱਪ ਦੇਖੀ ਸੀ, ਉੱਥੇ ਬਹੁਤ ਡਾਕਟਰ ਨੇ ਇਸ ਗੱਲ ਨੂੰ ਪੱਕ ਕੀਤਾ ਵੀ ਹਾਰਵਰਡ ਯੂਨੀਵਰਸਿਟੀ ਨੇ ਇੱਕ ਸਟੱਡੀ ਕਰਵਾਈ ਵੀ 75 ਵਰ੍ਹੇ ਤੋਂ ਉੱਪਰ ਦੇ ਬੰਦੇ ਜਿਹੜੇ ਖੁਸ਼ਹਾਲ ਪਾਏ ਗਏ, ਜਿਨ੍ਹਾਂ ਦੀ ਜ਼ਿੰਦਗੀ ਬਹੁਤ ਚੰਗੀ ਆ, ਵੀ ਉਹਨਾਂ 'ਚ ਕੀ ਵਿਸ਼ੇਸ਼ਤਾ ਸੀ। ਤੁਸੀਂ ਹੈਰਾਨ ਹੋਵੋਗੇ। ਆਪਾਂ ਸੋਚਦੇ ਹਾਂ ਵੀ ਉਹਨਾਂ ਦੀ ਖੁਰਾਕ ਚੰਗੀ ਹੋਏਗੀ, ਉਹ ਕਸਰਤ ਕਰਦੇ ਹੋਣਗੇ, ਲੇਕਿਨ ਉਹ ਸਟੱਡੀ ਨੇ ਜਿਹੜੀ ਗੱਲ ਸਾਡੇ ਸਾਹਮਣੇ ਲਿਆਂਦੀ, ਉਹ ਵਿਅਕਤੀ ਵੱਧ ਖੁਸ਼ਹਾਲ ਪਾਏ ਗਏ ਜਿਨ੍ਹਾਂ ਨਾਲ ਕਿਸੇ ਨਾ ਕਿਸੇ ਚੈਰੀਟੇਬਲ ਕੰਮ 'ਚ ਜਿਹੜੇ ਰੁੱਝੇ ਹੋਏ ਸੀ, ਜਿਨ੍ਹਾਂ ਨੇ ਆਪਣਾ ਰੁਝੇਵਾਂ ਬਰਕਰਾਰ ਰੱਖਿਆ, ਚਾਹੇ ਉਹ ਸਪੋਰਟਸ ਦਾ ਖੇਤਰ ਆ, ਚਾਹੇ ਸਾਹਿਤ ਦਾ ਖੇਤਰ ਆ, ਚਾਹੇ ਲੋਕ ਸੇਵਾ ਦਾ ਖੇਤਰ ਆ ਜੀ।
ਸੋ ਇੱਕ ਪੱਖੋਂ ਵੀ ਐਨਜੀਓਜ਼ ਬਹੁਤ ਵੱਡਾ ਰੁਝੇਵਾਂ ਸਾਨੂੰ ਦਿੰਦੀਆਂ, ਬਿਲਕੁਲ ਹਰ ਜੀ, ਵਿਅਕਤੀ ਨੂੰ ਬਿਲਕੁਲ। ਰੁਝੇਵਾਂ ਦਿੰਦੀਆਂ। ਬਿਲਕੁਲ ਸੋ ਇਦੋਂ ਵੀ ਆਪਾਂ ਅੱਗੇ ਜਦੋਂ ਬਾਕੀ ਗੱਲਾਂ ਕਰਾਂਗੇ ਉਹਦੀ ਮਹੱਤਤਾ ਬਾਰੇ ਹੋਰ ਵੀ ਚਰਚਾ ਕਰਾਂਗੇ। ਬਿਲਕੁਲ ਜੀ। ਔਰ ਜੇਕਰ ਅਸੀਂ ਗੱਲ ਕਰਦੇ ਹਾਂ ਸਮਾਜਿਕ ਸਰੋਕਾਰਾਂ ਦੀ, ਜੀ ਸਮਾਜਿਕ ਸਰੋਕਾਰ ਜੇਕਰ ਸਰਲ ਭਾਸ਼ਾ ਦੇ ਵਿੱਚ ਅਸੀਂ ਤੁਹਾਡੀ ਭਾਸ਼ਾ ਦੇ ਵਿੱਚ ਸਮਝਣੇ ਹੋਣ ਤੇ ਉਹ ਕੀ ਹੁੰਦੇ ਆ, ਤੇ ਇਸ ਵੇਲੇ ਜੀ ਪ੍ਰਮੁੱਖ ਰੂਪ ਦੇ ਵਿੱਚ ਜੀ। ਇਹ ਜਿਹੜੇ ਸਾਡੇ ਸਮਾਜਿਕ ਸਰੋਕਾਰ ਨੇ ਉਹ ਕਿਹੜੇ-ਕਿਹੜੇ ਨੇ? ਜੋ ਕਿ ਜੀ ਦੇਖੋ, ਜਦੋਂ ਆਪਾਂ ਸਮਾਜਿਕ ਸਰੋਕਾਰਾਂ ਦੀ ਗੱਲ ਕਰਦੇ ਹਾਂ ਤੇ ਉਹ ਚੀਜ਼ਾਂ ਜਿਨ੍ਹਾਂ ਦੀ ਸਾਨੂੰ ਲੋੜ ਆ, ਜੀ। ਸੰਕਲਪ, ਜਿੱਦਾਂ ਆਪਾਂ ਉਦਾਹਰਨ ਦਿੰਦੇ ਹਾਂ, ਜਿੱਦਾਂ ਕੁਝ ਸਮਾਂ ਪਹਿਲਾਂ ਸਾਨੂੰ ਲੱਗਿਆ ਸੀ ਵੀ ਭਰੂਣ ਹੱਤਿਆ ਬਹੁਤ ਹੋ ਰਹੀ ਜੀ ਤੇ ਉਦੋਂ ਸਾਡਾ ਸਭ ਤੋਂ ਵੱਡਾ ਸਰੋਕਾਰ ਭਰੂਣ ਹੱਤਿਆ ਸੀ। ਜੀ ਫਿਰ ਅਸੀਂ ਪਿਛਲੇ 20-25 ਵਰ੍ਹਿਆਂ ਤੋਂ ਨਸ਼ਿਆਂ ਦੇ ਜਾਲ ਵਿੱਚ ਫਸੇ ਹੋਏ ਹਾਂ, ਸਾਡੀ ਜਵਾਨੀ ਨਸ਼ਿਆਂ 'ਚ ਗ੍ਰਸਤ ਹੋਈ। ਫਿਰ ਉਹਦੇ ਲਈ ਕੀ ਯਤਨ ਕਰਨੇ ਚਾਹੀਦੇ ਆ, ਕਿੰਨਾ ਸਾਡਾ ਜ਼ੋਰ ਲੱਗਿਆ, ਜੀ ਉਹ ਸਾਡਾ ਸਮਾਜਿਕ ਸਰੋਕਾਰ ਸੀ। ਇਸ ਵੇਲੇ ਜੇ ਤੁਸੀਂ ਮੈਨੂੰ ਅੱਜ ਪੁੱਛੋ ਸਰ ਅੱਜ ਦਾ ਸਮਾਜਿਕ ਸਰੋਕਾਰ ਕੀ ਹੈ, ਤੇ ਮੈਂ ਸੋਚਦਾ ਨੌਜਵਾਨਾਂ ਦਾ ਪ੍ਰਵਾਸ ਬਾਹਰ ਨੂੰ, ਜੀ ਇਹ ਬਹੁਤ ਵੱਡਾ ਬ੍ਰੇਨ ਡਰੇਨ ਜੋ ਹੋ ਰਿਹਾ ਜੀ। ਤੇ ਇਹਦੇ ਨਾਲ ਹੀ ਮੈਂ ਦੇਖਦਾ ਕਿਰਤ ਦਾ ਮਾਣ ਤੇ ਮੁੱਲ ਨਹੀਂ ਹੈ, ਸਾਡੇ ਕੋਲ ਰੁਜ਼ਗਾਰ ਨਹੀਂ ਹੈ। ਜੀ ਜੇ ਅਸੀਂ ਹੋਰ ਅੱਗੇ ਆਈਏ, ਸਾਡੇ ਵਿਆਹਾਂ ਦੇ ਬਹੁਤ ਫਜ਼ੂਲ ਖਰਚੇ, ਸਾਡੀ ਗਾਇਕੀ ਦਾ ਮਿਆਰ, ਸਾਡੇ ਸ਼ਰਾਬ ਦਾ ਬਹੁਤ ਵੱਧ ਸੇਵਨ, ਸਾਡੇ ਸਨੈਤਿਕ ਕਦਰਾਂ ਕੀਮਤਾਂ ਜੀ। ਕਿਉਂ ਗਿਰਦੀਆਂ ਜਾਂਦੀਆਂ, ਅਸੀਂ ਕੰਮ ਕਿਉਂ ਛੱਡ ਗਏ। ਜੋ ਕਿ ਜਿਵੇਂ ਪੁਲਿਸ ਦੀ ਨੌਕਰੀ ਕਰਦਾ ਵੀ ਮਹਿਸੂਸ ਕੀਤਾ ਵੀ ਜਿਹੜਾ ਅਸੀਂ ਕਹਿੰਦੇ ਹਾਂ ਅਸੀਂ ਮਿਹਨਤੀ ਬਹੁਤ ਹਾਂ, ਅਸੀਂ ਖੇਤ ਆਬਾਦ ਕੀਤੇ, ਇਹ ਸਮਾਂ ਅਸੀਂ ਆਪਣੇ ਪਾਸਟ ਨੂੰ ਵਰਤ ਰਹੇ ਹਾਂ। ਇਸ ਵੇਲੇ ਜੋ ਅਸੀਂ ਦਾਅਵਾ ਕਰਦੇ ਹਾਂ ਉਹ ਐਕਚੁਅਲੀ ਅਸੀਂ ਨਹੀਂ ਹਾਂ। ਇਹ ਵੀ ਸਾਡਾ ਸਮਾਜਿਕ ਸਰੋਕਾਰ ਆ, ਜੋ ਸਾਨੂੰ ਮਿਹਨਤ ਕਰਨੀ ਚਾਹੀਦੀ ਹੈ, ਸਾਰਥਕ ਜ਼ਿੰਦਗੀ ਜੀਣੀ ਚਾਹੀਦੀ ਆ, ਸਾਨੂੰ ਖਰਚੇ ਘਟਾਉਣੇ ਚਾਹੀਦੇ ਆ। ਸੋ ਇਹ ਸਾਡੇ ਮੇਨ ਸਮਾਜਿਕ ਸਰੋਕਾਰ ਨੇ। ਅੱਜ ਦੇ ਸਮੇਂ ਦੇ ਵਿੱਚ, ਜੋ ਅੱਜ ਦੇ ਸੰਦਰਭ ਦੇ ਵਿੱਚ ਤੁਸੀਂ ਕਹਿੰਦੇ ਹੋ ਕਿ ਇਹ ਜਿਹੜੇ ਸਾਡੇ ਜੋ ਅਸੀਂ ਦਿਖਦੇ ਹਾਂ ਉਹ ਹੈ ਨਹੀਂ ਜੀ, ਇਹ ਜਿਹੜਾ ਦੰਭ ਆ, ਜੀ। ਇਹ ਇਸ ਦੰਭ ਨੂੰ ਦੂਰ ਕਰਨ ਦੇ ਵਾਸਤੇ ਜਿਹੜੀਆਂ ਸਾਡੀਆਂ NGOs ਹੈਗੀਆਂ, ਜਿਹੜੀਆਂ ਸਾਡੀਆਂ ਗੈਰ ਸਰਕਾਰੀ ਸੰਸਥਾਵਾਂ ਹੈਗੀਆਂ, ਉਹ ਕੀ ਰੋਲ ਅਦਾ ਕਰ ਸਕਦੀਆਂ? ਬਹੁਤ ਮਹੱਤਵਪੂਰਨ। ਦੇਖੋ, ਜੇ ਅਸੀਂ ਇਸ ਦੀ ਗੱਲ ਕਰੀਏ ਵੀ ਜੋ ਅਸੀਂ ਹੈ ਨਹੀਂ ਉਹਨੂੰ ਪੈਦਾ ਕਰਨ ਲਈ ਅਸੀਂ ਕੀ ਕਰਨਾ ਚਾਹੀਦਾ, ਜੀ। ਬੜੇ ਖੇਤਰ ਨੇ ਜਿੱਥੇ ਸਮਾਜ ਦੇ ਜਿੱਥੇ ਅਸੀਂ ਯਤਨ ਕਰ ਸਕਦੇ ਹਾਂ। ਜੀ। ਜਿੱਦਾਂ ਸਭ ਤੋਂ ਵੱਡਾ ਐਜੂਕੇਸ਼ਨ ਆ। ਜੀ ਮੈਂ ਜੋਗੀ ਜੀ ਵੇਖਦਾ ਹੁਣ, ਮੈਂ ਦੇਖਦਾ ਬੱਚੇ ਬੇਰੁਜ਼ਗਾਰ ਬਹੁਤ ਆ, ਐਜੂਕੇਸ਼ਨ ਨਹੀਂ ਹੈ। ਐਜੂਕੇਸ਼ਨ ਤੇ ਅਸੀਂ ਬਹੁਤ ਵੱਡਾ ਯੋਗਦਾਨ ਪਾ ਸਕਦੇ ਹਾਂ। ਪੁਰਾਣੇ ਸਮੇਂ ਸਾਡਾ ਪਿਆ, ਜੇ ਅਸੀਂ ਕਰੀਏ ਇਸਲਾਮੀਆ ਕਾਲਜ, ਆਰੀਆ ਕਾਲਜ, ਜਲੰਧਰ ਦਾ DAV ਕਾਲਜ, ਜੀ, ਅਸੀਂ ਕਰੀਏ ਸਾਡੇ ਖਾਲਸਾ ਕਾਲਜ, ਜੀ, ਹੈ ਨਾ, ਤੇ ਇਹਨਾਂ ਨੇ ਬਹੁਤ ਵੱਡਾ ਯੋਗਦਾਨ ਪਾਇਆ। ਲੇਕਿਨ ਹੁਣ ਇਸ ਪਾਸੇ ਹੋਰ ਯੋਗਦਾਨ ਪਾਉਣ ਦੀ ਲੋੜ ਆ। ਮੈਂ ਦੇਖਿਆ ਅਸੀਂ ਅਧਿਆਪਕ ਕਿੱਦਾਂ ਚੰਗੇ ਪੈਦਾ ਕਰ ਸਕਦੇ ਹਾਂ। ਸਾਡੇ ਰਿਫਰੈਸ਼ਰ ਕੋਰਸਸ ਲੱਗਦੇ ਆ, ਉਹਨਾਂ ਨੂੰ ਮੋਟੀਵੇਟ ਕਰਦੇ ਆ। 15 ਅਗਸਤ 26 ਜਨਵਰੀ ਅਸੀਂ ਉਹਨਾਂ ਨੂੰ ਸਨਮਾਨਿਤ ਕਰਦੇ ਹਾਂ। ਲੇਕਿਨ ਜੋਗੀ ਜੀ ਜਿਹੜੀਆਂ ਗੱਲਾਂ ਮੈਂ NGOs ਤੋਂ ਆਸ ਰੱਖਦਾ, ਜਿੱਦਾਂ ਹੁਣ ਇਸ ਸਾਲ ਕਈ ਰਿਕਰੂਟਮੈਂਟਸ ਹੋ ਰਹੀਆਂ, ਜਿੱਦਾਂ ਪੁਲਿਸ ਦੀ ਭਰਤੀ ਹੋ ਰਹੀ ਆ, ਤੇ ਜਦੋਂ ਪਹਿਲਾਂ 2016 'ਚ ਪੁਲਿਸ ਦੀ ਭਰਤੀ ਹੋਈ ਸੀ ਤੇ ਫਿਜ਼ੀਕਲ ਟੈਸਟ ਲਿਆ ਜਾਂਦਾ ਸੀ ਤੇ ਇਹਨਾਂ ਦਿਨਾਂ ਦੇ ਵਿੱਚ ਬੱਚੇ ਦੌੜਦੇ ਨਜ਼ਰ ਆਉਂਦੇ ਸੀ। ਲੇਕਿਨ ਹੁਣ ਚੇਂਜ ਹੋ ਗਿਆ ਸੀ, ਅਖਬਾਰ ਦੇ ਵਿੱਚ ਦਿੱਤਾ ਵੀ ਆ ਵੀ ਇਸ ਵਾਰ ਜਿਹੜੇ ਸਿਪਾਹੀ ਭਰਤੀ ਕੀਤੇ ਜਾਣਗੇ ਉਹ 'ਚ ਰਿਟਨ ਟੈਸਟ ਹੋਏਗਾ ਉਹਨਾਂ ਦਾ, ਜਿਹੜਾ OMR ਸ਼ੀਟ ਟੈਸਟ ਹੁੰਦਾ, ਉਹਨਾਂ ਨੂੰ ਸਵਾਲ ਪਾਏ ਜਾਂਦੇ ਤੇ ਆਨਸਰ। ਸਾਡੀ NGOs ਉਹਨਾਂ ਬੱਚਿਆਂ ਲਈ ਰਾਹ ਸੇਰਾ ਬਣ ਸਕਦੀਆਂ, ਲੇਕਿਨ ਕੋਈ ਇਹੋ ਜਿਹੀ NGO ਸਾਹਮਣੇ ਨਜ਼ਰ ਆਉਂਦੀ ਦਿਸਦੀ ਨਹੀਂ ਹੈ। ਦੂਜਾ ਅਸੀਂ ਦੇਖੀਏ ਹੈਲਥ ਦੇ ਖੇਤਰ ਵਿੱਚ ਕਾਫੀ ਅੱਛਾ ਕੰਮ ਹੋਇਆ, ਨੋ ਡਾਊਟ, ਲੇਕਿਨ ਉੱਥੇ ਵੀ ਅਸੀਂ ਹੋਰ ਕਰ ਸਕਦੇ ਹਾਂ। এনवायरमेंट ਦੇ ਖੇਤਰ ਵਿੱਚ ਕਾਫੀ ਇਹ ਕੰਮ ਹੋ ਰਿਹਾ। ਸੋਸ਼ਲ ਜਿਹੜੀ ਸਾਡੀ ਸੁਸਾਇਟੀ ਹੈ ਉਹਦੇ ਵਿੱਚ ਕਾਫੀ ਕੰਮ ਹੋਣ ਦੀ ਲੋੜ ਆ। ਜਿੱਦਾਂ ਮੈਂ 2018 ਦੇ ਵਿੱਚ ਮੈਂ ਮੋਗੇ ਤਾਇਨਾਤ ਸੀ, ਤੇ ਬਾਗਾ ਪੁਰਾਣਾ ਤੇ ਮੁਦਕੀ ਸਾਈਡ ਜਦੋਂ ਆਪਾਂ ਜਾਂਦੇ ਹਾਂ, ਕੁਝ ਫਿਰੋਜ਼ਪੁਰ ਦਾ ਏਰੀਆ, ਤੇ ਉੱਥੇ ਪੰਚਾਇਤਾਂ ਨੇ ਇੱਕ ਮਤਾ ਪਾਇਆ ਜੀ ਬਈ ਅਸੀਂ ਜਿਹੜੇ ਵਿਆਹ ਸਧਾਰਨ ਕਰਨੇ ਆ। ਉਹਨਾਂ ਨੇ ਇਹ ਵੀ ਕਿਹਾ ਵੀ ਜਿਹੜੇ ਮਰਗ ਦੇ ਭੋਗ ਆ ਉਹਨਾਂ ਨੂੰ ਵੀ ਬਿਲਕੁਲ ਸਿੰਪਲ ਰੱਖਿਆ ਜਾਵੇ, ਸਾਦਾ ਰੱਖਿਆ ਜਾਵੇ। ਅਖਬਾਰ 'ਚ ਵੀ ਆਇਆ। ਲੇਕਿਨ ਅੱਜ ਮੈਂ ਜਦੋਂ ਇਸ ਪ੍ਰੋਗਰਾਮ 'ਤੇ ਆਉਣਾ ਸੀ ਤੇ ਮੈਂ ਉਹਨਾਂ ਪੈੜਾਂ ਨੂੰ ਦੇਖਣ ਦੀ ਯਤਨ ਕੀਤੀ। ਮੈਂ ਉਹਨਾਂ ਬੰਦਿਆਂ ਨਾਲ ਗੱਲ ਕੀਤੀ। ਉਹ ਕਹਿੰਦੇ ਸਰ ਅਸੀਂ ਕਰੋਨਾ ਕਰਕੇ ਬਹੁਤਾ ਕਰ ਨਹੀਂ ਪਾਏ, ਅਸੀਂ ਯਤਨ ਕੀਤਾ। ਤੇ ਮੈਂ ਸੋਚਿਆ ਵੀ ਇਹ ਸੁਸਾਇਟੀ ਰਜਿਸਟਰ ਹੋਣੀ ਚਾਹੀਦੀ, ਇਹ ਆਵਾਜ਼ ਕਿਤੇ ਅੱਗੇ ਜਾਣੀ ਚਾਹੀਦੀ ਹੈ। ਸੋ ਇਹ ਖੇਤਰ ਹੈ ਜਿੱਥੇ ਸਾਨੂੰ ਹੋਰ ਮਿਹਨਤ ਕਰਨ ਦੀ ਲੋੜ ਹੈ ਨਾ। ਫਿਰ ਅਸੀਂ ਗੱਲ ਕਰਦੇ ਹਾਂ ਰੋਡ ਸੇਫਟੀ ਦੀ। ਜੀ ਮੈਂ ਜੋਗੀ ਜੀ ਅੱਜ ਲੁਧਿਆਣੇ ਆਇਆ ਤੇ ਜਦੋਂ ਫਲੋਰ ਦਾ ਪੁਲ ਕ੍ਰਾਸ ਕੀਤਾ ਤੇ ਉਦੋਂ ਟਰੈਕਟਰ ਟਰਾਲੀ ਚੜੀਆਂ, ਪਾਪੂਲਰ ਦੀਆਂ ਪੂਰੀਆਂ ਭਰੀਆਂ ਹੋਈਆਂ ਜੀ, ਤੇ ਉਹ ਪੂਰਾ ਇਸ ਤਰ੍ਹਾਂ ਸੀ ਜਿੱਦਾਂ ਚੁਆਰਾ ਹੁੰਦਾ, ਟਰਾਲੀ ਪੂਰੀ ਫੁੱਲ ਭਰੀ ਹੋਈ ਜੀ, ਤੇ ਓਵਰਲੋਡ ਜ਼ਿਆਦਾ ਚੱਲਦੇ ਨੇ, ਓਵਰਲੋਡ ਚੱਲਦੇ। ਤੇ ਉਹਨਾਂ ਨੇ ਦੋਨਾਂ ਨੇ ਟੇਬਰ ਕਾਰਡਰ ਲਾਏ ਹੋਏ ਤੇ ਉਹਨਾਂ ਨੇ ਦੋਨਾਂ ਦੀਆਂ ਪੂਰੀਆਂ ਰੇਸ ਦਿੱਤੀਆਂ। ਉਹ ਜਦੋਂ ਮੈਂ ਉਹਨੂੰ ਪਹਿਲਾਂ ਲੰਘਣ ਦਿੱਤਾ, ਸੋ ਮੈਂ ਦੇਖਿਆ ਵੀ ਇਹਨਾਂ ਨੂੰ ਕੌਣ ਸਮਝਾਏਗਾ। ਮੈਂ ਸੋਚਿਆ ਮੈਂ ਰੋਕੇਗਾ ਮੈਂ, ਫਿਰ ਮੇਰਾ ਡਰਾਈਵਰ ਕਹਿੰਦਾ ਸਰ ਲੇਟ ਹੋਵਾਂਗੇ। ਮਤਲਬ ਉਹਨਾਂ ਨੂੰ ਰੋਕਣ ਵਾਲਾ ਕੌਣ ਹੈ? ਉਹਨਾਂ ਨੂੰ ਜੇ ਟ੍ਰੈਫਿਕ ਰੋਡ ਸੇਫਟੀ ਦੀ ਗੱਲ ਕਰਦੇ ਹਾਂ ਤੇ NGOs ਦਾ ਬਹੁਤ ਵੱਡਾ ਰੋਲ ਆ। ਨੈਸ਼ਨਲ ਪੱਧਰ ਤੇ ਨੈਸ਼ਨਲ ਟ੍ਰੈਫਿਕ ਸੇਫਟੀ ਕਾਉਂਸਲ ਆ, ਉਹ ਬਹੁਤ ਜ਼ਿਆਦਾ ਪ੍ਰੋਜੈਕਟ ਕਰਦੇ ਆ ਤੇ ਇਹ ਉਤਸ਼ਾਹਿਤ ਵੀ ਕਰਦੀ ਆ। ਤੇ ਮੈਂ ਟ੍ਰੈਫਿਕ ਦੀਆਂ ਦੇਖੀਆਂ NGOs ਕਿੰਨੀਆਂ ਖੋਸ ਹੈਗੀਆਂ ਤੇ ਕਿੰਨਾ ਕੁ ਯਤਨ ਆ। ਮਤਲਬ ਜਿੰਨੀ ਸਾਨੂੰ ਲੋੜ ਆ ਅਸੀਂ ਉਹਨਾਂ ਯਤਨ ਨਹੀਂ ਕਰ ਪਾ ਰਹੇ। ਸੋ ਇਹੋ ਜਿਹੇ ਖੇਤਰ ਆ
ਜਿੱਥੇ ਸਾਨੂੰ ਹੋਰ ਥੋੜ੍ਹੇ ਯਤਨ ਕਰਨ ਦੀ ਲੋੜ ਆ। ਜਿੱਦਾਂ ਮੈਂ ਡਰੱਗਸ ਦੀ ਗੱਲ ਕਰਦਾ, ਮੇਰਾ ਇਹਦੇ 'ਚ ਕਾਫੀ ਮੈਂ ਖੁੱਭ ਕੇ ਕੰਮ ਕੀਤਾ ਤੇ ਮੈਂ ਉੱਥੇ ਵੀ ਮਹਿਸੂਸ ਕੀਤਾ। ਅੱਗੇ ਜਾ ਕੇ ਆਪਾਂ 1-2 ਗੱਲਾਂ ਇਹਦੇ ਬਾਰੇ ਹੋਰ ਵੀ ਕਰਾਂਗੇ। ਬਿਲਕੁਲ ਜੀ। ਔਰ ਜੇਕਰ ਅਸੀਂ ਗੱਲ ਕਰਦੇ ਹਾਂ, ਇਹ ਜਿਹੜੀਆਂ ਗੈਰ ਸਰਕਾਰੀ ਸੰਸਥਾਵਾਂ, ਜਿਵੇਂ ਤੁਸੀਂ ਬਹੁਤ ਸਾਰੇ ਖੇਤਰ ਦੱਸੇ ਆ, ਇਹਨਾਂ ਸਾਰੇ ਖੇਤਰਾਂ ਦੇ ਵਿੱਚ ਇਹ ਵਿਚਰਦੀਆਂ ਆ, ਸਮਾਜ ਦੇ ਨਾਲ ਅੰਗ ਸੰਗ ਹੋ ਕੇ ਇਹਨਾਂ ਨੂੰ ਵਿਚਰਨਾ ਪੈਂਦਾ, ਸਮਾਜ ਦੇ ਲਈ ਕੰਮ ਕਰਨਾ ਪੈਂਦਾ। ਕਿਉਂਕਿ ਸਮਾਜ ਜੇਕਰ ਕਿਸੇ ਲੀਹੋਂ ਲੱਥਦਾ ਹੈ, ਜਿਵੇਂ ਹੁਣ ਤੁਸੀਂ ਦੱਸਿਆ ਕਿ ਸਾਨੂੰ ਕੁਝ ਦਿਖਾਈ ਹੋਰ ਦਿੰਦਾ, ਹੁੰਦਾ ਕੁਝ ਹੋ ਰਿਹਾ, ਉਹਨੂੰ ਉਂਗਲ ਫੜ ਕੇ ਮੁੜ ਲੀਹ ਤੇ ਲੈ ਕੇ ਆਉਣਾ ਬੜਾ ਔਖਾ ਕੰਮ ਆ। ਔਰ ਇਹਦੇ ਵਿੱਚ ਕਿਵੇਂ ਤਾਲਮੇਲ ਬਣਾ ਕੇ ਇਹ ਸੰਸਥਾਵਾਂ ਚੱਲਣ ਸਮਾਜ ਦੇ ਨਾਲ, ਤਾਂ ਕਿ ਸਮਾਜ ਨੂੰ ਵੀ ਬੁਰਾ ਨਾ ਲੱਗੇ। ਜੇਕਰ ਕਿਸੇ ਅਸੀਂ ਸਿਆਣੇ ਬੰਦੇ ਨੂੰ ਕੋਈ ਸਲਾਹ ਦਿੰਦੇ ਹਾਂ ਤਾਂ ਉਹ ਕਹਿੰਦਾ ਤੂੰ ਬਹੁਤ ਸਿਆਣਾ, ਤੂੰ ਹਲੇ ਰਹਿਣ ਦੇ, ਮੈਂ ਬਹੁਤ ਤਜਰਬਾ ਮੇਰਾ ਜ਼ਿੰਦਗੀ ਦਾ। ਇਹ NGO ਕਿਵੇਂ ਇਹ ਰੋਲ ਅਦਾ ਕਰਨ? ਜੋਗੀ ਜੀ ਦੇਖੋ, ਮੈਂ ਸੋਚਦਾ ਇਹਨੂੰ ਆਪਾਂ ਵੀ ਲੈ ਸਕਦੇ ਹਾਂ ਵੀ ਇੱਕ NGO 'ਚ ਕਿਹੜੀਆਂ ਵਿਸ਼ੇਸ਼ਤਾਵਾਂ ਹੋਣੀਆਂ ਚਾਹੀਦੀਆਂ। ਜੀ ਦੇਖੋ, ਭਾਵਨਾ ਬਹੁਤ ਵੱਡੀ ਵਿਸ਼ੇਸ਼ਤਾ ਹੈ ਨਾ, ਭਾਵਨਾ ਬਹੁਤ ਵੱਡੀ ਵਿਸ਼ੇਸ਼ਤਾ। ਮੇਰੀ ਸੇਵਾ ਦੀ ਭਾਵਨਾ ਹੋਣੀ ਚਾਹੀਦੀ ਹੈ। NGO 'ਚ ਉਹੀ ਕੰਮ ਕਰੇਗਾ ਜਿਹਦੀ ਭਾਵਨਾ ਸੇਵਾ ਕਰਨ ਦੀ ਹੈ, ਜਿਹਦੀ ਇਹ ਨਹੀਂ ਹੈ ਉਹ ਨਹੀਂ ਕਰ ਪਾਏਗਾ। ਮੈਂ ਇੱਕ ਉਦਾਹਰਨ ਦਿੰਦਾ ਤੁਹਾਨੂੰ। ਜੇ ਆਪਾਂ ਗੱਲ ਕਰੀਏ ਮਦਰ ਟੈਰੇਸਾ ਜੀ ਦੀ, ਭਗਤ ਪੂਰਨ ਸਿੰਘ ਉਹਨਾਂ ਦੀ, ਗੁਜਰਾਤ ਤੋਂ ਦੇਸ਼ ਵੰਡ 'ਚ ਉੱਠ ਕੇ ਗਏ। ਅਬਦੁਲ ਸਤਾਰੀ ਦੀ, ਉਹਨਾਂ ਨੇ ਪਾਕਿਸਤਾਨ ਜਾ ਕੇ ਬਹੁਤ ਅੱਛਾ ਵੱਡਾ ਕੰਮ ਕੀਤਾ। ਪਿੰਗਲਵਾੜਾ ਨੇ ਉਹਨਾਂ ਦੀ ਕਿਤਾਬ ਨੂੰ ਟਰਾਂਸਲੇਟ ਵੀ ਕਰਾਇਆ, ਇੱਕ ਆਇਨਾ ਆਨਿਆਂ ਲਈ, ਮਿਰਰ ਫਾਰ ਦਾ ਬਲਾਈਂਡ। ਸੋ ਇਹਨਾਂ ਲੋਕਾਂ ਦੀ ਭਾਵਨਾ ਬੜੀ ਪ੍ਰਮੁੱਖ ਸੀ। ਸੋ ਸਾਨੂੰ ਇੱਕ ਤਾਂ ਪਹਿਲੀ ਗੱਲ ਆ, ਭਾਵਨਾ ਸਾਡੇ ਸਾਹਮਣੇ ਆਉਣੀ ਚਾਹੀਦੀ ਹੈ। ਦੂਜੀ ਚੀਜ਼ ਮੈਂ ਗੱਲ ਕਰਦੀ ਵੀ ਉਹ ਬੰਦਾ ਬੇਸਵਾਰਥ ਹੋਵੇ, ਉਹਦਾ ਸਵਾਰਥ ਲੋਕ ਭਲਾਈ ਹੋਵੇ। ਭਾਵਨਾ ਨੂੰ ਥੋੜਾ ਜਿਹਾ ਡਿਫਰੈਂਟ ਆ। ਆਪਾਂ ਆਪਣੇ ਦਰਸ਼ਕਾਂ ਨਾਲ ਇੱਕ ਉਦਾਹਰਨ ਦੇ ਕੇ ਗੱਲ ਸਾਹਮਣੇ ਕਰਦੇ ਹਾਂ। ਮੈਨੂੰ ਦੇਸ਼ ਵੰਡ ਦੀਆਂ ਕਹਾਣੀਆਂ ਨਾਲ ਬਹੁਤ ਲਗਾਓ ਆ, ਤੇ ਮੈਂ ਇਹ ਲਿਟਰੇਚਰ ਕਾਫੀ ਪੜ੍ਹਦਾ ਤੇ ਵੀਡੀਓ ਵੀ ਵੇਖਦਾ ਰਹਿਣਾ। ਮੈਂ ਦੇਖਿਆ ਸਰ ਗੰਗਾ ਰਾਮ ਨੂੰ, ਮੈਂ ਵੇਖਿਆ ਉਹ 591 GB ਦੇ ਸੀਗੇ ਤੇ ਪਾਕਿਸਤਾਨ ਦੇ, ਤੇ ਉਹਨਾਂ ਨੇ ਉਧਰ ਜਨਮੇ ਤੇ ਬਹੁਤ ਵੱਡਾ, ਆਪਾਂ ਗੱਲ ਕਰਦੇ ਹਾਂ ਨਿਰਸਵਾਰਥ ਦੀ। ਕਿਹਾ ਜਾਂਦਾ ਕਿ ਉਹ ਚੋਟੀ ਦੇ ਇੰਜੀਨੀਅਰ ਸੀ ਤੇ ਉਹਨਾਂ ਨੇ ਆਪਣੇ ਖੇਤਰ ਦੇ ਵਿੱਚ ਸਿਵਲ ਇੰਜੀਨੀਅਰ ਦੇ ਵਿੱਚ ਬਹੁਤ ਕੰਮ ਕਮਾਇਆ। ਇੱਕ ਤੱਥ ਦੇਖ ਕੇ ਮੈਂ ਹੈਰਾਨ ਰਹਿ ਗਿਆ। ਉਹ ਕਹਿੰਦੇ ਬਈ ਉਹਨਾਂ ਨੇ ਲਾਹੌਰ ਮਿਊਜ਼ੀਅਮ, ਲਾਹੌਰ ਯੂਨੀਵਰਸਿਟੀ ਹੈ ਨਾ, ਇਹ ਤੇ ਗੁਲਬਰਗ ਬਾਗ ਜਿਹੜਾ ਸੀ, ਲਾਹੌਰ ਦਾ ਮਾਡਲ ਟਾਊਨ ਜਿੱਥੇ ਬਹੁਤੇ ਬ੍ਰਿਟਿਸ਼ ਅਧਿਕਾਰੀ ਰਹਿੰਦੇ ਹੁੰਦੇ ਸੀ, ਉਹ ਸਾਰਾ ਉਹਨਾਂ ਆਪ ਡਿਜ਼ਾਈਨ ਕੀਤਾ। ਸੋ ਉਹ ਉਹਨਾਂ ਬਾਰੇ ਇੱਕ ਗੱਲ ਮਸ਼ਹੂਰ ਆ ਵੀ ਉਹਨਾਂ ਨੇ ਪੈਸਾ ਬਹੁਤ ਕਮਾਇਆ, 2 ਹੱਥਾਂ ਨਾਲ ਕਮਾਇਆ ਤੇ 4 ਨਾਲ ਵੰਡ ਦਿੱਤਾ। ਕਿਸੇ ਬੰਦੇ ਨੇ ਕਿਹਾ ਵੀ ਉਹਨਾਂ ਦੇ ਹੱਥਾਂ 'ਚੋਂ ਪੈਸਾ ਜਿਹੜਾ ਉਹ ਦਰਿਆ ਦੇ ਵਹਿਣ ਵਾਂਗ ਵਗਿਆ। ਮੈਂ ਇੱਕ TV ਪ੍ਰੋਗਰਾਮ ਦੇਖ ਰਿਹਾ ਸੀ ਤੇ ਉੱਥੇ ਉਹਨਾਂ ਨੇ ਕਿਹਾ ਬਈ ਉਹਨਾਂ ਦਾ ਉਹ ਜ਼ਿਕਰ ਕਰਦੇ ਵੀ ਕਿ ਉਹਨਾਂ ਦੀਆਂ ਪ੍ਰਾਪਤੀਆਂ ਕੀ ਆ। ਉਹ ਕਹਿੰਦੇ ਵੀ ਉਹਨਾਂ ਨੇ ਸ਼੍ਰੀ ਗੰਗਾ ਰਾਮ ਹਸਪੀਟਲ ਦਿੱਲੀ ਆਪਾਂ ਦੇਖਿਆ, ਉੱਥੇ ਬਣਾਇਆ। ਫਿਰ ਉਹਨਾਂ ਨੇ ਲਾਹੌਰ ਵੀ ਬਣਾਇਆ। ਫਿਰ ਉਹਨਾਂ ਨੇ ਇੱਕ ਨਰਸਿੰਗ ਕਾਲਜ ਵੀ ਖੋਲ੍ਹਿਆ ਜਿੱਥੇ ਬਹੁਤ ਜ਼ਿਆਦਾ ਲੜਕੀਆਂ ਨੂੰ ਸਿੱਖਿਆ ਦਿੱਤੀ ਜਾਂਦੀ ਹੈ। ਕਿਹਾ ਜਾਂਦਾ ਵੀ ਮੰਟੋ ਸਾਹਿਬ ਨੇ ਗੱਲ ਲਿਖੀ ਆ ਵੀ ਜਦੋਂ ਦੇਸ਼ ਦੀ ਵੰਡ ਹੋਈ ਤੇ ਕੁਝ ਬੰਦੇ ਉਹ ਬੁੱਤ ਤੋੜ ਰਹੇ ਸੀਗੇ ਉਹਨਾਂ ਸਰ ਗੰਗਾ ਰਾਮ ਦਾ, ਤੇ ਜਦੋਂ ਬੁੱਤ ਡਿੱਗਿਆ ਤੇ 2 ਬੰਦੇ ਜ਼ਖਮੀ ਹੋ ਗਏ ਤੇ ਵਿੱਚੋਂ ਕਿਸੇ ਨੇ ਰੌਲਾ ਪਾਇਆ ਵੀ ਆਪਾਂ ਫਟਾਫਟ ਇਹਨਾਂ ਨੂੰ ਸਰ ਗੰਗਾ ਰਾਮ ਹਸਪੀਟਲ ਲੈ ਜਾਈਏ, ਜਿਹਦਾ ਬੁੱਤ ਤੋੜ ਰਿਹਾ ਉੱਥੇ ਕਰ ਰਿਹਾ। ਹੁਣ ਆਪਾਂ ਗੱਲ ਕਰਦੇ ਸੀ ਸਵਾਰਥ ਦੀ। ਜਦੋਂ ਉਹਨਾਂ ਨੂੰ ਪੁੱਛਿਆ ਗਿਆ ਬਈ ਇੱਦਾਂ ਤੁਸੀਂ ਕਿੱਦਾਂ ਕੀਤਾ, ਤੇ ਉਹ ਕਹਿੰਦੇ ਵੀ ਮੈਂ ਜਿਹੜਾ ਚੀਜ਼ ਕਮਾਉਣਾ ਵੀ ਉਹ ਲੋਕਾਂ ਲਈ ਲਾ ਦਿੰਦਾ। ਉੱਥੋਂ ਦੇ ਲੋਕ ਇਹ ਮਸ਼ਹੂਰ ਕਰਦੇ ਆ ਵੀ ਬਾਹਰ ਦੇ ਲੋਕ ਕਹਿੰਦੇ ਆ ਜਿਨ੍ਹਾਂ ਨੇ ਲਾਹੌਰ ਵੇਖਿਆ ਉਹ ਜੰਮਿਆ ਹੀ ਨਹੀਂ, ਕਹਿੰਦੇ ਲੇਕਿਨ ਅਸੀਂ ਇਹ ਮਹਿਸੂਸ ਕਰਦੇ ਹਾਂ ਵੀ ਜੇ ਸਰ ਗੰਗਾ ਰਾਮ ਨਾ ਹੁੰਦੇ ਤਾਂ ਅੱਜ ਦਾ ਲਾਹੌਰ ਨਾ ਹੁੰਦਾ, ਹੈ ਨਾ। ਸੋ ਇਹ ਗੱਲ ਆ ਥੋੜਾ ਸਵਾਰਥ ਕੀ ਆ। ਉਹ ਕਹਿੰਦੇ ਉਹਨਾਂ ਨੇ ਸਾਰਾ ਕੰਮ ਪਲਾਈ, ਉਹਨਾਂ ਦੇ ਪਿੰਡ ਦੇ ਲੋਕ ਬੜੇ ਯਾਦ ਕਰਦੇ ਆ, ਚਾਹੇ ਉਹ ਲਾਹੌਰ ਆ ਕੇ ਰਹਿਣ ਲੱਗੇ, ਲੇਕਿਨ ਉਹਨਾਂ ਨੇ ਉੱਥੇ ਆਪਣੇ ਗੰਗਾਪੁਰ ਦੇ ਵਿੱਚ ਉਹ ਘੋੜਾ ਗਾੜੀ ਬਣਾਈ, ਉਹ ਵੀ ਕਾਫੀ ਉਹਨੂੰ ਹਾਈਲਾਈਟ ਕਰਦੇ ਆ। ਆਪਣੇ ਵਿਰਾਸਤ ਦੇ ਵਿੱਚ ਲੜਕੀਆਂ ਦਾ ਸਕੂਲ ਕਾਲਜ ਬਣਾਇਆ। ਫਿਰ ਉਹਨਾਂ ਨੇ ਬਾਗ ਲਵਾਇਆ ਵੀ ਇਹਦੀ ਹੁੰਦੀ ਗੁਗੇਰਾ ਬ੍ਰਾਂਚ ਲੰਘਦੀ ਆ ਉਹ ਪਿੰਡ ਦੇ ਆਸੇ ਪਾਸੇ। ਮਤਲਬ ਉਹਨੂੰ ਬੰਦਿਆਂ ਉਹਨਾਂ ਦੇ ਮਨ ਸੀਗਾ ਵੀ ਮੈਂ ਆਪਣੇ ਲੋਕਾਂ ਦੀ ਸੇਵਾ ਕਰਨੀ ਆ, ਧਰਮ ਤੋਂ ਉੱਪਰ ਉੱਠ ਕੇ, ਜਾਤ ਪਾਤ ਤੋਂ ਉੱਪਰ ਉੱਠ ਕੇ। ਸੋ ਇਹ ਹੋਣੀ ਚਾਹੀਦੀ ਹੈ। ਤੀਜੀ ਚੀਜ਼ ਮੈਂ ਚੰਗੀ ਵਿਸ਼ੇਸ਼ਤਾ ਦੀ ਇਹ ਗੱਲ ਕਰਦਾ ਬਈ ਉਹਦੇ ਟੀਚੇ ਹੋਣੇ ਚਾਹੀਦੇ ਆ। ਦੇਖੋ ਮੈਂ ਦੇਖਿਆ ਜਦੋਂ ਮੈਂ ਬਰਨਾਲੇ ਪੋਸਟਡ ਸੀ ਤੇ ਸਹਾਰਾ ਇੱਕ ਪ੍ਰੋਜੈਕਟ ਆ ਸਾਡਾ, ਬਠਿੰਡੇ ਦੀ NGO ਆ। ਤਪੇ ਜਾਂ ਕਿਤੇ ਐਕਸੀਡੈਂਟ ਹੋਣਾ ਸੀ, ਉਹਨਾਂ ਦੀ ਮਦਦ ਲੈਂਦੇ ਰਹੇ ਤੇ ਫਿਰ ਅਸੀਂ ਉਹਨਾਂ ਨੂੰ ਕਰਦੇ। ਇੱਥੇ ਮੈਂ ਦੇਖੋ ਐਕਸੀਡੈਂਟ ਤੇ ਕੰਮ ਕਰਦੇ, ਬਹੁਤ ਅੱਛਾ ਕੰਮ ਕਰਦੇ ਆ। ਸੋ ਟੀਚਾ ਸਾਡਾ ਹੋਣਾ ਚਾਹੀਦਾ। ਟ੍ਰੈਫਿਕ ਦਾ ਸਾਡਾ ਕੀ ਆ, ਕਈ ਬੰਦੇ ਤਾਂ ਹੈਲਥ ਦੇ ਕੰਮ ਕਰਦੇ ਆ। ਚੌਥੀ ਗੱਲ ਜੋ ਕਿ ਸੀ ਇਹ ਹੈਗੀ ਆ ਵੀ ਉਹਨਾਂ ਕੋਲ ਵਿਅਕਤੀ ਹੋਣੇ ਚਾਹੀਦੇ ਉਹੋ ਜਿਹੇ ਸਾਂਝ, ਮਤਲਬ ਇੱਕ ਨਹੀਂ 3-4 ਬੰਦੇ, ਉਹਨਾਂ ਦਾ ਗਰੁੱਪ ਹੋਣਾ ਚਾਹੀਦਾ। ਆਰਥਿਕਤਾ ਇੱਕ ਬਹੁਤ ਵੱਡਾ ਆਧਾਰ ਆ। ਜੇ ਚੰਗੀ ਆਰਥਿਕਤਾ ਹੋਏਗੀ ਤੇ ਉਹ ਹੋਣੀ ਚਾਹੀਦੀ ਆ। ਜੋ ਕਿ ਜੇ ਮੈਂ ਸਾਊਥ ਦੀ NGO ਦੇਖੀ ਆ, 3 ਸਾਲ ਪਹਿਲਾਂ ਮੈਂ ਕੋਰਸ ਕਰਕੇ ਆਇਆ ਹੈਦਰਾਬਾਦ, ਸਾਡੀ ਨੈਸ਼ਨਲ ਪੁਲਿਸ ਅਕੈਡਮੀ ਆ। ਉਹਨਾਂ ਨੇ ਇੱਕ ਪੂਰਾ ਦਿਨ ਰੱਖਿਆ ਸਾਡੇ ਲਈ NGOs ਲਈ
ਅੱਛਾ ਜੀ। ਉਹਨਾਂ ਨੇ NGOs ਦਾ ਰੋਲ ਸਟੇਜ ਤੇ ਕਰਾ ਕੇ ਉਹਨਾਂ ਨੇ ਫਿਰ ਉਹਨਾਂ ਲੋਕਾਂ ਨੂੰ ਸਾਨੂੰ ਮਿਲਾਇਆ, ਉਹਨਾਂ ਨੇ ਸਾਨੂੰ ਡਾਕੂਮੈਂਟਰੀਜ਼ ਦਿਖਾਈਆਂ। ਮੈਂ ਦੇਖਿਆ ਸਾਊਥ ਦੇ ਬੰਦੇ, ਕੇਰਲਾ, ਕਰਨਾਟਕਾ, ਉਹ ਕਾਫੀ ਜ਼ਿਆਦਾ ਕੰਮ ਕਰਦੇ ਆ ਇਸ ਪਾਸੇ ਡਾਕੂਮੈਂਟਰੀਜ਼ ਬਣਾ ਕੇ। ਸੋ ਸਾਨੂੰ ਡਾਕੂਮੈਂਟੇਸ਼ਨ ਕਰਨੀ ਚਾਹੀਦੀ ਹੈ ਆਪਣੇ ਕੰਮ ਦੀ, ਸਾਨੂੰ ਆਪਣੇ ਟੀਚੇ ਮਿਥਣੇ ਚਾਹੀਦੇ ਆ। ਸੋ ਇਹ ਥੋੜਾ ਜਿਹਾ ਹੈਗਾ, ਜੇ ਅਸੀਂ ਉਹਨੂੰ ਸਟ੍ਰੀਮਲਾਈਜ਼ ਕਰਾਂਗੇ ਤੇ ਜ਼ਿਆਦਾ ਅੱਛਾ ਰੋਲ ਅਦਾ ਕਰ ਸਕਦੇ। ਬਿਲਕੁਲ ਜੀ, ਜਿਵੇਂ ਤੁਸੀਂ ਗੱਲ ਕੀਤੀ ਆ ਆਰਥਿਕਤਾ ਦੀ, ਕਿ ਆਰਥਿਕਤਾ ਬਹੁਤ ਵੱਡਾ ਰੋਲ ਅਦਾ ਕਰਦੀ ਹੈ। ਆਰਥਿਕਤਾ ਦਾ ਇਹ ਜਿਹੜੀਆਂ ਗੈਰ ਸਰਕਾਰੀ ਸੰਸਥਾਵਾਂ NGO ਜਿਨ੍ਹਾਂ ਨੂੰ ਅਸੀਂ ਕਹਿੰਦੇ ਆ, ਉਹਨਾਂ ਦਾ ਆਪਸੀ ਕੀ ਸੰਬੰਧ ਆ? ਆਰਥਿਕਤਾ ਕਿਵੇਂ ਗਰੀਸ ਦਿੰਦੀ ਆ, ਕਿਵੇਂ ਇਹਨੂੰ ਅੱਗੇ ਲੈ ਕੇ ਜਾਂਦੀ ਆ? ਦੇਖੋ ਜੋਗੀ ਜੀ, ਆਰਥਿਕਤਾ ਦੀ ਆਪਾਂ ਗੱਲ ਕੀਤੀ ਆ, ਕੋਈ ਵੀ ਕੰਮ ਆਪਾਂ ਸ਼ੁਰੂ ਕਰਦੇ ਆ ਆਰਥਿਕਤਾ ਬਹੁਤ ਜ਼ਰੂਰੀ ਆ ਜੀ, ਹੈ ਨਾ। ਮੈਂ ਤਾਂ ਸੋਚਦਾ ਜੇ ਕਿਸੇ ਨੇ ਡਿਸਪਲੇ ਫਲੈਕਸ ਬੋਰਡ ਵੀ ਲਾਉਣਾ, ਵੀ ਮੈਂ ਆਪ ਕੰਮ ਕਰਦਾ, ਉਹ ਚਾਹੇ ਸੋਸ਼ਲ ਮੀਡੀਆ ਤੇ ਤੁਸੀਂ ਬਹੁਤ ਫਾਸਟ ਜਾਂਦੇ, ਕਈ ਬੰਦੇ WhatsApp ਗਰੁੱਪ ਬਣਾ ਕੇ ਬਹੁਤ ਵੱਡਾ ਕੰਮ ਕਰ ਜਾਂਦੇ ਆ। ਸਾਡੇ ਪ੍ਰੋਫੈਸਰ ਗੁਰਭਜਨ ਗਿੱਲ, ਉਹਨਾਂ ਨੇ PAU ਹਮਸ਼ਾਬ ਦਾ ਇੱਕ ਗਰੁੱਪ ਬਣਾਇਆ। ਮੈਂ ਦੇਖਦਾ ਉਹ ਗਰੁੱਪ ਵੀ ਇੱਕ NGO ਵਾਂਗੂ ਕੰਮ ਕਰਦਾ ਹੈ ਨਾ, ਬਹੁਤ ਅੱਛਾ ਕੰਮ ਕਰਦਾ। ਲੇਕਿਨ ਇਹਦੇ ਬਾਵਜੂਦ ਜਦੋਂ ਅਸੀਂ ਕੋਈ ਸੈਮੀਨਾਰ ਕਰਾਉਣਾ, ਕੋਈ ਚੀਜ਼ ਤੇ ਸਟੱਡੀ ਕਰਨੀ ਆ, ਕੋਈ ਪ੍ਰੋਜੈਕਟ ਦੇਣਾ, ਤੇ ਸਾਨੂੰ ਪੈਸੇ ਦੀ ਲੋੜ ਆ। ਤੇ ਕਈ NGOs ਨੂੰ ਜਿਹੜੀਆਂ ਰਜਿਸਟਰ ਹੁੰਦੀਆਂ ਪੈਸਾ ਮਿਲਦਾ ਵੀ ਆ, ਇਹ ਵੀ ਇੱਕ ਸਾਂਝ ਹੈਗੀ ਆ। ਸੋ ਆਰਥਿਕਤਾ, ਕਈ ਲੋਕ ਮਦਦ, ਜੇ ਤੁਸੀਂ ਸਹੀ ਕੰਮ ਕਰਦੇ ਹੋ ਤੇ ਬਹੁਤ ਲੋਕ ਤੁਹਾਡੀ ਮਦਦ ਕਰਨ ਨੂੰ ਵੀ ਤਿਆਰ ਆ। ਈਵਨ ਸਾਡੇ NRI ਭਰਾ ਵੀ ਮਦਦ ਕਰਦੇ ਆ ਇਸ ਕੰਮ ਜੀ। ਜੀ, ਤੁਸੀਂ NRI ਭਰਾਵਾਂ ਦਾ ਗੱਲ ਕੀਤੀ ਆ। NRI ਭਰਾ ਬਹੁਤ ਵੱਡੇ ਦਿਲ ਦੇ ਨਾਲ ਸੰਸਥਾਵਾਂ ਦੀ, ਆਪਣੇ ਪਿੰਡਾਂ ਦੀ ਬਹੁਤ ਮਦਦ ਕਰਦੇ ਆ, ਬਹੁਤ ਪੈਸਾ ਖੁੱਲ੍ਹਾ ਭੇਜਦੇ ਆ, ਤੇ ਇਹ ਹੋਰ ਇਸ ਤੋਂ ਇਲਾਵਾ ਉਹ ਕੀ ਯੋਗਦਾਨ ਦੇ ਸਕਦੇ ਆ? ਦੇਖੋ ਯੋਗੀ ਜੀ, ਮੈਂ ਅਕਸਰ ਕਹਿਣਾ ਹੁੰਦਾ, ਮੈਂ ਕੋਈ ਨਸ਼ਿਆਂ ਦੇ ਵਿਰੁੱਧ ਮੈਂ ਲੇਖ ਲਿਖਦਾ ਰਿਹਾ ਜੀ। ਤੇ ਜਦੋਂ ਮੇਰਾ ਕਿਤਾਬ ਤੇ ਲੇਖ ਸ਼ਬਦਾ ਤੇ ਬਹੁਤ ਲੋਕ ਮੈਨੂੰ ਫੋਨ ਕਰਦੇ, ਤੇ ਉਹ ਮੈਨੂੰ ਕਹਿੰਦੇ ਵੀ ਅਸੀਂ ਪੈਸੇ ਭੇਜਣਾ ਚਾਹੁੰਦੇ ਆ। ਤੇ ਮੈਂ ਉਹਨਾਂ ਨੂੰ ਕਿਹਾ ਵੀ ਕਾਹਦੇ ਲਈ? ਕਹਿੰਦੇ ਸਰ ਤੁਸੀਂ ਉਹ ਜਿਹੜੇ ਲਿਖਿਆ ਉਹਦੇ ਲਈ ਤੁਸੀਂ ਇਲਾਜ ਕਰਾਓ। ਤੇ ਮੈਂ ਉਹਨਾਂ ਨੂੰ ਕਹਿੰਦਾ ਉਹਨਾਂ ਧੰਨਵਾਦ, ਪੈਸਿਆਂ ਦੀ ਹਾਲੇ ਮੈਨੂੰ ਲੋੜ ਨਹੀਂ, ਕਿਉਂਕਿ ਮੇਰੇ ਕੋਲ ਇਹੋ ਜਿਹੀ ਸੰਸਥਾ ਨਹੀਂ, ਮੇਰੇ ਕੋਲ ਇਹੋ ਕੋਈ ਬੰਦਾ ਨਹੀਂ। ਤੇ ਮੈਂ ਉਹਨਾਂ ਨੂੰ ਕਹਿਣਾ ਹੁੰਦਾ ਵੀ ਤੁਸੀਂ ਕੋਈ ਆਈਡੀਆ ਦਿਓ ਵੀ ਉਧਰ ਬਾਹਰਲੇ ਮੁਲਕਾਂ 'ਚ ਕੀ ਕਰਦੇ, ਨਿਊਜ਼ੀਲੈਂਡ ਕੀ ਹੋ ਰਿਹਾ, ਆਸਟ੍ਰੇਲੀਆ ਕੀ ਆ, ਹੈ ਨਾ। ਤੇ ਜਿੱਦਾਂ ਤੁਸੀਂ ਆਪਣੇ ਪਿੰਡ 'ਚ ਆਉਂਦੇ ਹੋ ਤੇ ਤੁਸੀਂ ਆਪਣੇ ਪਿੰਡਾਂ ਨਾਲ ਇੰਟਰੈਕਟ ਕਰੋ, ਵੀ ਬਾਹਰ ਦੇ ਲੋਕ ਟਾਈਮ ਦੇ ਬਹੁਤ ਪਾਬੰਦ, ਉਹ ਪੜ੍ਹਦੇ ਬਹੁਤ ਆ, ਹੈ ਨਾ, ਤੇ ਉਹ ਇੱਕ ਦੂਜੇ ਦਾ ਸਤਿਕਾਰ ਬਹੁਤ ਕਰਦੇ ਆ, ਹੈ ਨਾ। ਤੇ ਮੈਂ ਇੱਕ ਵਾਰੀ ਇੰਗਲੈਂਡ ਗਿਆ ਤੇ ਉਹ ਸਾਹਮਣੇ ਬੰਦਾ ਜਿੱਦਾਂ ਮੈਨੂੰ ਮਿਲੇ, ਤੇ ਮੇਰੇ ਨਾਲ ਇੱਕ ਲਾਇਜਨ ਅਫਸਰ ਸੀ ਪੁਲਿਸ ਦਾ, ਤੇ ਉਹ ਹਰ ਇੱਕ ਨੂੰ ਮਿਲੇ। ਤੇ ਮੈਂ ਉਹਨੂੰ ਪੁੱਛਿਆ ਵੀ ਜੌਨ ਤੇਰੀ ਇਸ ਏਰੀਏ 'ਚ ਜਾਣ ਪਛਾਣ ਆ? ਕਹਿੰਦਾ ਨਹੀਂ, ਮੈਂ ਤਾਂ ਇਸ ਏਰੀਏ 'ਚ ਪਹਿਲੀ ਵਾਰੀ ਆਇਆ। ਵੀ ਸਾਡੇ ਜਦੋਂ ਸਾਹਮਣੇ ਬੰਦੇ ਮਿਲਦੇ ਆ ਤੇ ਮੁਸਕਰਾਹਟ ਦਿੰਦੇ ਤੇ ਹਾਲ ਚਾਲ ਪੁੱਛਦੇ ਆ, ਪੰਜਾਬੀਆਂ 'ਚ ਗੱਲ ਨਹੀਂ ਹੈ। ਮਤਲਬ ਇਹੋ ਜਿਹੀਆਂ ਕਦਰਾਂ ਕੀਮਤਾਂ ਅਸੀਂ ਉਹਨਾਂ ਤੋਂ ਸਿੱਖੀਏ, ਉਹਨਾਂ ਤੋਂ ਆਈਡੀਆ ਲਈਏ। 4 ਸਾਲ ਪਹਿਲਾਂ ਸੰਗਰੂਰ ਕੋਲੇ ਇੱਕ ਲੌਂਗੋਵਾਲ ਕੋਲ ਪਿੰਡ ਆ, ਮੈਂ ਭੁੱਲ ਰਿਹਾ, ਉੱਥੇ ਨਿਊਜ਼ੀਲੈਂਡ ਤੋਂ 14-15 ਬੱਚੇ ਆਏ ਸੀ। ਉਹਨਾਂ 'ਚੋਂ ਪੰਜਾਬ ਰੀਜਨ ਦੇ ਵੀ ਸੀਗੇ, ਬਾਹਰਲੇ ਵੀ ਸੀ। ਉਹ ਸਕੂਲ 'ਚ ਆ ਕੇ ਰਹੇ, ਤੇ ਉਹਨਾਂ ਪਿੰਡ ਦੇ ਸਕੂਲ ਵਾਲਿਆਂ ਨੂੰ, ਪਿੰਡ ਵਾਲਿਆਂ ਨੂੰ ਸਕੂਲ ਸਫਾਈ ਕਰਾਈ, ਸਕੂਲ 'ਚ ਰੰਗ ਰੋਗਨ ਕਰਾਇਆ। ਫਿਰ ਉਹਨਾਂ ਨੇ ਦੇਖਿਆ ਵੀ ਔਰਤਾਂ ਕਿੱਦਾਂ ਉਹ ਰੋਟੀਆਂ ਲਾਉਂਦੀਆਂ ਤੇ ਲੋਕੀ ਕਿੱਦਾਂ ਕੰਮ ਕਰਦੇ ਆ, ਉਹ ਸਟੱਡੀ ਕਰਨ ਆਏ ਸੀ। ਸੋ ਇਹੋ ਜਿਹੇ ਪ੍ਰੋਜੈਕਟ ਸਾਡੇ ਜੇ ਬਾਹਰ ਹੋਣਗੇ ਤੇ ਸਾਡੇ ਬੱਚੇ ਵੇਖਣਗੇ ਜਾਂ ਬੱਚੇ ਬਾਹਰ ਜਾਣਗੇ, ਤੇ NRI ਭਰਾ ਜ਼ਿਆਦਾ ਯੋਗਦਾਨ ਪਾ ਸਕਦੇ ਆ। ਬਿਲਕੁਲ ਜੀ, ਔਰ ਕਿਉਂਕਿ ਇਹ ਯੋਗਦਾਨ ਦੇ ਬਿਨਾਂ ਤਾਂ ਇਹ ਕੰਮ ਜਿਹੜਾ ਇਹ ਹੋ ਨਹੀਂ ਸਕਦਾ। ਔਰ ਪਿੰਡਾਂ ਦੇ ਵਿੱਚ ਵਿਚਰਦਿਆਂ ਹੋਇਆਂ ਨੂੰ, ਸਮਾਜ ਸੇਵੀ ਸੰਸਥਾਵਾਂ ਨੂੰ ਬਹੁਤ ਵੱਡੇ ਪੱਧਰ 'ਤੇ ਸਹਿਯੋਗ ਦੀ ਲੋੜ ਹੁੰਦੀ ਆ। ਕਹਿੰਦੇ ਸਹਿਯੋਗ 3 ਤਰੀਕਿਆਂ ਨਾਲ ਕੀਤਾ ਜਾ ਸਕਦਾ, ਤਨੋਂ ਮਨੋਂ ਜਾਂ ਧਨੋਂ। ਤੇ ਜਿਹੜੇ ਸਾਡੇ ਪਿੰਡਾਂ ਦੇ ਵਿੱਚ ਹੁੰਦੇ ਨੇ, ਕੋਈ ਚੁਣੇ ਹੋਏ ਨੁਮਾਇੰਦੇ ਹੁੰਦੇ ਨੇ, ਪੰਚਾਇਤਾਂ ਹੁੰਦੀਆਂ ਨੇ, ਸ਼ਹਿਰਾਂ ਦੇ ਵਿੱਚ ਕੌਂਸਲਰ ਹੁੰਦੇ ਨੇ, ਜਾਂ MLA ਹੁੰਦੇ ਨੇ, ਕੋਈ ਵੀ, ਇਹਨਾਂ ਸਾਰੇ ਚੁਣੇ ਹੋਏ ਨੁਮਾਇੰਦਿਆਂ ਦੇ ਨਾਲ ਤਾਲਮੇਲ ਬਣਾ ਕੇ ਸਮਾਜ ਦੇ ਵਿੱਚ ਰਹਿੰਦਿਆਂ ਸਮਾਜ ਦੀ ਸੇਵਾ ਕਰਨੀ, ਕੀ ਇੱਕ ਗੁਣ ਹੋਣਾ ਚਾਹੀਦਾ ਵੱਡਾ ਇਹਨਾਂ ਦੇ ਵਿੱਚ, ਸੰਸਥਾਵਾਂ ਦੇ ਵਿੱਚ? ਜੋਗੀ ਜੀ, ਆਪਾਂ ਇਸ ਸਵਾਲ ਨੂੰ ਥੋੜਾ ਹੋਰ ਖੋਲ ਲੈਂਦੇ ਹਾਂ। ਜਿੱਥੇ ਤੁਸੀਂ ਨੁਮਾਇੰਦੇ ਕਿਹਾ, ਮੈਂ ਉੱਥੇ ਪਬਲਿਕ ਸਰਵੈਂਟ ਵੀ ਲੈ ਲਾਂ, ਮੈਂ ਆਪਣੇ ਆਪ ਨੂੰ ਵੀ ਸ਼ਾਮਲ ਕਰ ਲਾਂ। ਦੇਖੋ, ਜਦੋਂ ਅਸੀਂ NGOs ਦੀ ਗੱਲ ਕਰਦੇ ਹਾਂ, ਜਦੋਂ ਅਸੀਂ ਸੋਚਾਂਗੇ NGO ਦਾ ਕੀ ਆਧਾਰ ਹੋਣਾ ਚਾਹੀਦਾ, ਤੇ ਜਦੋਂ ਤੁਸੀਂ ਗੱਲ ਕੀਤੀ ਆ ਬਈ ਉਹਨਾਂ ਦਾ ਨੁਮਾਇੰਦਿਆਂ ਦਾ ਕੀ ਰੋਲ ਆ, ਦੇਖੋ ਜਦੋਂ ਅਸੀਂ ਕੋਈ ਕੰਮ ਸ਼ੁਰੂ ਕਰਦੇ ਹਾਂ ਤਾਂ ਸਾਨੂੰ ਖੇਤਰ ਚਾਹੀਦਾ। ਜੇ ਤੁਸੀਂ ਮੈਨੂੰ ਇੱਥੇ ਕਹੋਗੇ ਵੀ ਜਲੰਧਰ ਕੰਮ ਕਰਨਾ ਮੈਂ ਚਾਹੁੰਦਾ, ਤੇ ਮੈਂ ਤੁਹਾਡੀ ਮਦਦ ਲਾਉਂਗਾ। ਸਾਡੇ ਕੈਮਰਾਮੈਨ ਆ, ਮੈਂ ਇਹਨਾਂ ਨੂੰ ਕਹੂੰਗਾ ਮੈਨੂੰ ਆਪਣੇ ਮਹੱਲੇ ਲੈ ਜਾਓ, ਤੇ ਮੈਂ ਆ ਗੱਲ ਕਰਨੀ ਚਾਹੁੰਦਾ। ਸੋ ਇੱਕ ਬਹੁਤ ਵੱਡਾ ਆਧਾਰ ਆ ਜਦੋਂ ਤੁਸੀਂ ਕਿਸੇ ਨੂੰ ਨਾਲ ਲੈ ਕੇ ਚੱਲਦੇ ਹੋ, ਹੈ ਨਾ। ਆਪਾਂ ਪਬਲਿਕ ਸਰਵੈਂਟ ਦੀ ਗੱਲ ਕਰਦੇ ਹਾਂ। ਮੈਂ ਦੇਖਿਆ ਕਈ ਬੰਦੇ ਸਰਕਾਰੀ ਨੌਕਰੀ ਕਰਦੇ ਆ, ਉਹ NGOs ਦਾ ਰੋਲ ਅਦਾ ਕਰਦੇ ਆ, ਤੇ ਬਾਹਰ ਜਾ ਕੇ ਵੀ ਉਹਨਾਂ ਨੂੰ ਮੌਕਾ ਮਿਲਦਾ। ਮੈਂ ਅਕਸਰ ਸੋਚਦਾ ਵੀ ਇੱਕ ਸਰਕਾਰੀ ਅਧਿਕਾਰੀ ਨੂੰ ਗੈਰ ਸਰਕਾਰੀ ਸੰਸਥਾ ਚਲਾਉਣ ਦਾ ਪੈਰਲਲ ਕੁਦਰਤ ਮੌਕਾ ਦਿੰਦੀ ਹੈ। ਆਪਾਂ ਗੱਲ ਕਰ ਲੈਂਦੇ ਹਾਂ ਡਾਕਟਰ ਮਹਿੰਦਰ ਸਿੰਘ ਰੰਧਾਵਾ ਹੋਣਾ ਦੀ, ਜਿਹੜੇ ਦੇਸ਼ ਵੰਡ ਮੌਕੇ ICS ਅਧਿਕਾਰੀ ਸੀ ਸਾਡੇ, 1920 'ਚ ਆਏ, ਤੇ ਦੇਸ਼ ਵੰਡ ਮੌਕੇ ਉਹ ਡਿਪਟੀ ਕਮਿਸ਼ਨਰ ਸੀਗੇ ਦਿੱਲੀ ਦੇ। ਉਹਨਾਂ ਨੇ ਇੱਕ NGO ਤੋਂ ਵੱਧ ਕੰਮ ਕਰ ਗਏ। ਬਿਲਕੁਲ, ਉਹਨਾਂ ਨੇ ਜਿਹੜੇ ਉਧਰੋਂ ਉੱਠ ਕੇ ਆਏ ਸੀ ਸ਼ਰਨਾਰਥੀ, ਸਾਡੇ ਮਾਪੇ ਉਹਨਾਂ ਵਿੱਚੋਂ ਸੀਗੇ, ਤੇ ਉਹਨਾਂ ਨੂੰ ਉਹ ਮੁੜ ਵਸੇਵਾ, ਉਹਨਾਂ ਦੀ ਕਿਤਾਬ ਬਹੁਤ ਅੱਛੀ ਆ, ਆਊਟ ਆਫ SS, ਰਾਜ ਚੋਕ ਗਿਆ, ਟਰਾਂਸਲੇਟ ਕੀਤਾ।
ਹੋਈ ਕਿਤਾਬ ਆ ਤੇ ਉਹ ਪੜ੍ਹ ਕੇ ਤੁਹਾਨੂੰ ਬੜਾ ਕੁਝ ਪਤਾ ਲੱਗਦਾ ਵੀ ਕਿੰਨਾ ਉਹਨਾਂ ਨੇ ਕੰਮ ਕੀਤਾ ਹੋਏਗਾ। ਸੋ ਚੰਡੀਗੜ੍ਹ ਉਹਨਾਂ ਨੇ ਵਸਾਇਆ, ਰੋਜ਼ ਗਾਰਡਨ ਉਹਨਾਂ ਦਾ, ਪਲਾਂਟਸ ਉਹਨਾਂ ਨੇ ਪੁਰਾਣੇ ਸਾਂਭੇ। ਮੈਂ ਐਗਰੀਕਲਚਰ ਯੂਨੀਵਰਸਿਟੀ ਦਾ ਸਾਬਕਾ ਸਟੂਡੈਂਟ ਹਾਂ। ਜਦੋਂ ਮੈਂ ਆਇਆ ਸੀਗਾ ਤੇ ਉਹ ਵਾਈਸ ਚਾਂਸਲਰ ਸੀ, 6 ਮਹੀਨੇ ਅਸੀਂ ਉਹਨਾਂ ਦਾ ਚਿਹਰਾ ਵੇਖਿਆ ਤੇ ਅਸੀਂ ਉਹ ਜਦੋਂ ਸਵੇਰੇ ਸੈਰ ਕਰਦੇ ਸੀ ਤੇ ਉਹ ਨਾਲ ਲੈ ਕੇ ਜਾਂਦੇ ਸੀ ਜਿਹੜਾ ਸਾਡਾ ਡਾਇਰੈਕਟਰ ਸਟੂਡੈਂਟ ਵੈਲਫੇਅਰ ਨੂੰ ਵੀ ਕੀ ਕੰਮ ਕਰਨ ਵਾਲਾ। ਸੋ ਇਹ ਇੱਕ ਬਹੁਤ ਵੱਡਾ ਆਧਾਰ ਤੁਹਾਨੂੰ ਕੰਮ ਦਿੰਦਾ। ਤੇ ਮੈਂ ਇਹ ਵੀ ਤੁਹਾਡੇ ਨਾਲ ਦਰਸ਼ਕਾਂ ਨਾਲ ਗੱਲ ਸਾਂਝੀ ਕਰਨੀ ਚਾਹੁੰਦਾ। ਸਾਡੇ ਵਾਰਤਕਾਰ ਨੇ ਬਹੁਤ ਵਧੀਆ, ਨਰਿੰਦਰ ਸਿੰਘ ਕਪੂਰ ਜੀ, ਉਹਨਾਂ ਨੇ ਲਿਖਿਆ ਵੀ ਤੁਹਾਡੀ ਜਾਣ ਪਛਾਣ ਤੁਹਾਡੀ ਤਾਕਤ ਆ। ਤੇ ਜੋਗੀ ਜੀ, ਮੈਂ ਗੱਲ ਮਹਿਸੂਸ ਕੀਤੀ ਨੌਕਰੀ ਕਰਕੇ, ਸਰਕਾਰੀ ਨੌਕਰੀਆਂ ਸਾਨੂੰ ਬਣੀ ਬਣਾਈ ਪਹਿਚਾਣ ਮੁਹੱਈਆ ਕਰਾਉਂਦੀਆਂ ਰੈਡੀਮੇਡ ਕੱਪੜਿਆਂ ਵਾਂਗ, ਹੈ ਨਾ। ਤੁਸੀਂ ਜਿੱਥੇ ਨੌਕਰੀ ਕਰਕੇ ਆਏ ਹੋ, ਜੇ ਤੁਸੀਂ ਕੰਮ ਕਰਦੇ ਹੋ ਤੇ ਤੁਹਾਡੇ ਬਹੁਤ ਕਰਦੇ ਆ। ਜਿਹੜਾ ਤੁਸੀਂ ਕੁਐਸਚਨ ਪੁੱਛਿਆ ਸੀਗਾ ਬਈ ਸਾਡੇ ਨੁਮਾਇੰਦੇ ਜਿਹੜੇ ਪੰਚਾਇਤ ਮੈਂਬਰ ਆ, ਸਾਡੀ ਮਿਊਨਿਸਪਲ ਕਮੇਟੀ ਦੇ ਮੈਂਬਰ ਆ, ਇਹਨਾਂ ਨੂੰ ਵੀ ਇੱਕ ਬਹੁਤ ਵੱਡਾ ਆਧਾਰ ਮਿਲਦਾ। ਉਹ ਆਪਣੇ ਮਹੱਲੇ 'ਚ ਬਹੁਤ ਵੱਡਾ ਕੰਮ ਕਰਾ ਸਕਦੇ ਆ। ਮਹੱਲੇ ਦਾ ਘਰ ਘਰ ਉਹਨਾਂ ਨੂੰ ਜਾਣਦਾ ਹੁੰਦਾ। ਉਹਨਾਂ ਦੇ ਮਨ 'ਚ ਕੋਈ ਖਿਆਲ ਆਇਆ ਵੀ ਨਸ਼ਿਆਂ ਵਿਰੁੱਧ ਜਾਗਰਤੀ ਪੈਦਾ ਕਰਨੀ ਹੈ ਤਾਂ ਉਹ ਸਵੇਰ ਤੋਂ ਲੈ ਕੇ ਸ਼ਾਮ ਤੱਕ ਕੰਮ ਮੁਕੰਮਲ ਕਰ ਸਕਦੇ ਆ। ਮਤਲਬ ਇਹਨਾਂ ਉਹਨਾਂ ਦਾ ਆਧਾਰ ਆ। ਤੇ ਮੈਂ ਇਹ ਵੀ ਤੁਹਾਡੇ ਨਾਲ ਸਾਂਝ ਕਰਨੀ ਚਾਹੁੰਦਾ, ਆਪਣੇ ਤੋਂ ਸਵਾਲ ਲੰਬਾ ਜਾ ਰਿਹਾ, ਮਤਲਬ ਵਿਦਿਅਕ ਸੰਸਥਾਵਾਂ ਦੀ ਬਹੁਤ ਯੋਗਦਾਨ ਇਸ ਪਾਸੇ, ਉਹਨਾਂ ਨੂੰ ਵੀ ਬਹੁਤ ਵਧੀਆ ਮੌਕਾ ਮਿਲਦਾ। ਈਵਨ ਮੈਡੀਕਲ ਇੰਸਟੀਟਿਊਸ਼ਨਸ ਨੂੰ ਬਹੁਤ ਅੱਛਾ ਮੌਕਾ ਮਿਲਦਾ ਹੈ ਜੀ। ਬਹੁਤ ਸਾਰੀਆਂ ਗੱਲਾਂ ਪਤਾ ਆਪਾਂ ਤੂੰ ਸਭ ਹੋਰ ਕਰਨੀਆਂ ਨੇ, ਕਿਉਂਕਿ ਅਸੀਂ ਗੱਲਾਂ ਤੇ ਗੀਤ ਪ੍ਰੋਗਰਾਮ ਆ, ਗੱਲਾਂ ਵੀ ਇਸ ਤਰ੍ਹਾਂ ਜਾਰੀ ਰਹਿਣਗੀਆਂ। ਇੱਕ ਤੁਹਾਡੇ ਵਾਸਤੇ ਤੇ ਆਪਣੇ ਦਰਸ਼ਕਾਂ ਦੇ ਵਾਸਤੇ ਗੀਤ ਪੇਸ਼ ਕਰ ਰਹੇ ਹਾਂ। ਗੀਤ ਤੋਂ ਬਾਅਦ ਅਸੀਂ ਮੁੜ ਹਾਜ਼ਰ ਹੋਵਾਂਗੇ।
ਜੀ ਗੱਲਾਂ ਤੇ ਗੀਤ ਇਸ ਵੇਲੇ ਤੁਸੀਂ ਦੇਖ ਰਹੇ ਹੋ ਔਰ ਅੱਜ ਅਸੀਂ ਗੱਲਬਾਤ ਕਰ ਰਹੇ ਹਾਂ ਗੈਰ ਸਰਕਾਰੀ ਸੰਸਥਾਵਾਂ ਜਿਨ੍ਹਾਂ ਨੂੰ ਅਸੀਂ NGO ਕਹਿੰਦੇ ਹਾਂ ਉਹਨਾਂ ਦੇ ਸੰਬੰਧ ਵਿੱਚ ਉਹਨਾਂ ਦੇ ਸਮਾਜਿਕ ਸਰੋਕਾਰ ਕੀ ਨੇ, ਉਹਨਾਂ ਦੀ ਇਸ ਵੇਲੇ ਸਥਿਤੀ ਕੀ ਹੈ ਤੇ ਸੰਭਾਵਨਾਵਾਂ ਕੀ ਨੇ। ਇਸ ਵਿਸ਼ੇ ਦੇ ਵਿੱਚ ਗੱਲਬਾਤ ਕਰਨ ਦੇ ਵਾਸਤੇ ਬਹੁਤ ਵੱਡੀ ਬੇਸ਼ਕੀਮਤੀ ਜਾਣਕਾਰੀ ਦੇਣ ਵਾਸਤੇ ਸਾਡੀ ਗੱਲਬਾਤ ਵਿੱਚ ਸ਼ਾਮਲ ਨੇ ਸਰਦਾਰ ਗੁਰਪ੍ਰੀਤ ਸਿੰਘ ਤੂਰ IPS ਅਧਿਕਾਰੀ ਨੇ ਔਰ ਸਾਡੇ ਨਾਲ ਇਸ ਵੇਲੇ ਉਚੇਚੇ ਤੌਰ ਤੇ ਸਾਡੇ ਨਾਲ ਜੁੜੇ ਹੋਏ ਨੇ। ਔਰ ਜੇਕਰ ਅਸੀਂ ਗੱਲ ਕਰੀਏ ਇਹਨਾਂ ਦੀ ਇਸ ਵੇਲੇ ਮੌਜੂਦਾ ਸਥਿਤੀ ਜਿਹੜੀ ਹੈ ਇਸ ਸੰਸਥਾਵਾਂ ਦੀ NGOs ਦੀ, ਤੁਸੀਂ ਕੀ ਸਮਝਦੇ ਹੋ? ਜੋਗੀ ਜੀ, ਇਸ ਸਵਾਲ ਨੂੰ ਆਪਾਂ ਦੋ ਹਿੱਸਿਆਂ 'ਚ ਵੰਡਦੇ ਹਾਂ ਜੀ। ਇੱਕ ਤਾਂ ਸੰਸਥਾਵਾਂ ਹੈ ਕਿ ਨਹੀਂ ਹੈ, ਇਹਨਾਂ ਦੀ ਹੋਂਦ, ਸਟਰਕਚਰ ਕੀ ਹੈ। ਦੂਜੀ ਇਹਨਾਂ ਦੇ ਕੰਮਕਾਰ ਸਥਿਤੀ, ਜਿਹੜਾ ਤੁਸੀਂ ਸਵਾਲ ਕੀਤਾ। ਜੀ ਦੇਖੋ, ਜਦੋਂ ਆਪਾਂ ਇਹਨਾਂ ਦੀ ਗੱਲ ਕਰਦੇ ਹਾਂ, ਆਪਾਂ ਪਹਿਲਾਂ ਗੱਲ ਕੀਤੀ ਭਈ ਸੁਸਾਇਟੀ ਦੀ ਰਜਿਸਟ੍ਰੇਸ਼ਨ ਐਕਟ 1860 ਦਾ ਬੜਾ ਪੁਰਾਣਾ, ਉਹਨਾਂ ਦੇ ਤਹਿਤ ਰਜਿਸਟਰ ਹੁੰਦੀਆਂ। ਉਹਨਾਂ ਦੀ ਗਿਣਤੀ ਕਾਫੀ ਘੱਟ ਆ, 1431 ਹੈਗੀ ਆ ਜਿਹੜੀਆਂ ਪੰਜਾਬ 'ਚ ਰਜਿਸਟਰ ਹੋਈਆਂ। ਜੇ ਆਪਾਂ ਹਰਿਆਣੇ ਦੀ ਗੱਲ ਕਰੀਏ ਤਾਂ ਉਹਨਾਂ ਦੀਆਂ 2448 ਹੈ, ਹਿਮਾਚਲ ਦੀਆਂ 600 ਤੇ 1300 ਜੰਮੂ ਕਸ਼ਮੀਰ ਦੀਆਂ। ਸਭ ਤੋਂ ਜ਼ਿਆਦਾ ਉੱਤਰ ਪ੍ਰਦੇਸ਼ ਦੀਆਂ ਤੇ ਮਹਾਰਾਸ਼ਟਰ ਦੀਆਂ 15,000 ਰਜਿਸਟਰ ਹੈਗੀਆਂ ਉਹਨਾਂ ਦੀਆਂ ਸੰਸਥਾਵਾਂ। ਸੋ ਦੂਜੇ ਪਾਸੇ ਜੇ ਆਪਾਂ ਗੱਲ ਕਰੀਏ ਬਈ ਇਹ ਅਨਰਜਿਸਟਰਡ ਕਿੰਨੀਆਂ ਕਾ, ਤੁਸੀਂ ਦੇਖੋ ਆਪਣੇ ਪੰਜਾਬ ਦੇ ਪਿੰਡ 12,000 ਤੋਂ ਵੱਧ ਜੀ, ਤੇ ਤੁਸੀਂ ਪਿੰਡੂ ਖੇਤਰ 'ਚ ਜਾਂਦੇ ਰਹਿੰਦੇ ਹੋ, ਸਪੋਰਟਸ ਨਾਲ ਤੁਸੀਂ ਪਿਆਰ ਕਰਦੇ ਹੋ, ਤੇ ਮੈਂ ਸੋਚਦਾ ਹਰ ਪਿੰਡ ਦੇ ਵਿੱਚ ਕੋਈ ਨਾ ਕੋਈ ਖੇਡ ਸੰਸਥਾ ਹੈਗੀ ਆ ਜਾਂ ਕਲੱਬ ਹੁੰਦੀ ਆ। ਯੂਥ ਕਲੱਬ ਬੜਾ ਕਾਮਨ ਨਾਮ, ਜਿੱਦਾਂ ਆਪਾਂ ਚੈਰੀਟੇਬਲ ਟਰਸਟ ਲਿਆ। ਸੋ ਜੇ ਆਪਾਂ ਮੰਨ ਲਈਏ 1200 ਹੈਗੀਆਂ, ਤੁਸੀਂ ਸਾਹਿਤ ਨਾਲ ਜੁੜੇ ਹੋਏ ਹੋ, ਪਰਚਾ ਕਰਦੇ ਹੋ, ਉੱਥੇ ਬਹੁਤ ਸਾਰੀਆਂ ਸਾਹਿਤਕ ਸੰਸਥਾਵਾਂ ਵੀ ਆ। ਜੇ ਆਪਾਂ ਇਹਨਾਂ ਪਿੰਡਾਂ 'ਚੋਂ ਗੱਲ ਕਰੀਏ ਤੇ 10% ਵੀ ਲਈਏ ਉਹਨਾਂ ਦੀ, 1200 ਸਾਹਿਤਕ ਸੰਸਥਾਵਾਂ ਹੋਣਗੀਆਂ ਪੰਜਾਬ ਦੇ ਵਿੱਚ ਆਰਾਮ ਨਾਲ। ਸੋ ਇਸ ਤਰ੍ਹਾਂ ਅਨਧਿਕਾਰਤ ਤੌਰ ਤੇ ਜਿਹੜੇ ਲੋਕ ਕੰਮ ਕਰਦੇ ਆ ਉਹਨਾਂ ਦੀ ਗਿਣਤੀ ਕਾਫੀ ਜ਼ਿਆਦਾ ਹੈ ਨਾ, ਤੇ ਦੂਜੇ ਪਾਸੇ ਜਿਹੜੀਆਂ ਰਜਿਸਟਰ ਹੋਣ ਦੀ ਗਿਣਤੀ ਇੰਨੀ ਕੁ ਹੈਗੀ ਆ ਜੀ। ਹੁਣ ਆਪਾਂ ਗੱਲ ਕਰਦੇ ਹਾਂ ਇਹਨਾਂ ਦੀ ਸਥਿਤੀ ਤੇ ਕਿੰਨਾ ਇਹਨਾਂ ਨੇ ਯੋਗਦਾਨ ਪਾਇਆ। ਜੇ ਆਪਾਂ ਸਪੋਰਟਸ ਨੂੰ ਲਈਏ ਤੇ ਮੈਂ ਸਪੋਰਟਸ ਦਾ ਸ਼ੌਕੀਨ ਆ ਤੇ ਵੱਡਾ ਯੋਗਦਾਨ ਆ। ਜੇ ਆਪਾਂ ਗੱਲ ਕਰਦੇ ਹਾਂ ਜਿੱਥੋਂ ਨੂੰ ਮੈਂ ਬਿਲੋਂਗ ਕਰਦਾ, ਮੇਰੇ ਨਾਲ ਦਾ ਪਿੰਡ ਹੈ ਚੱਕਰ, ਉੱਥੋਂ ਦੇ ਦੋ ਭਰਾ ਸੀਗੇ ਸਿੱਧੂ ਬ੍ਰਦਰਸ। ਉਹਨਾਂ ਨੇ ਅੱਜ ਤੋਂ 15 ਸਾਲ ਪਹਿਲਾਂ ਪਿੰਡ ਦੇ ਵਿੱਚੋਂ ਬਾਕਸਿੰਗ ਲੈ ਕੇ ਆਂਦੀ ਸੀ ਅਕੈਡਮੀ, ਤੇ ਫਿਰ ਇੱਕ ਫੁੱਟਬਾਲ ਦੀ। ਤੇ ਉਸ ਪਿੰਡ ਚੱਕਰ ਪਿੰਡ ਉਦਾਂ ਵੀ ਬਹੁਤ ਸੋਹਣਾ ਦੇਖਣ ਵਾਲਾ ਜੀ। ਤੇ ਉਸ ਪਿੰਡ ਚੋਂ ਲੜਕੀ ਹੈਗੀ ਆ, ਉਹਨੇ ਇਸ ਵਾਰ ਜਿਹੜੀਆਂ ਟੋਕੀਓ ਓਲੰਪਿਕਸ ਲਈ ਟਿਕਟ ਹਾਸਿਲ ਕੀਤੀ, ਜਿਹੜੀ 2020 ਹੋਣੀ ਸੀ, ਜਿਹੜੀ ਪੋਸਟਪੋਨ ਹੋਈ ਆ, ਹੁਣ ਵੀ ਉਹ ਜਾਏਗੀ, ਖੇਡਾਂ ਹੋਣਗੀਆਂ। ਇਸ ਤਰ੍ਹਾਂ 2015 ਚ ਉਹਨਾਂ ਨੇ ਇੱਕ ਲੜਕੀ ਸੀਗੀ ਸਿਮਰਨ ਸਿੱਧੂ, ਉਹਨੂੰ ਵੀ ਏਸ਼ੀਆ ਦੀ ਬੈਸਟ 골ਡ ਮੈਡਲਿਸਟ ਬੈਸਟ ਬਾਕਸਰ ਕਿਹਾ ਗਿਆ ਸੀ। ਸੋ ਆਪਾਂ ਦੇਖਦੇ ਹਾਂ ਵੀ ਇੱਕ ਪਿੰਡ ਚੋਂ ਉੱਠ ਕੇ ਜੇ ਅੰਤਰਰਾਸ਼ਟਰੀ ਬਾਕਸਰ ਤਿਆਰ ਕੀਤੇ ਜਾ ਸਕਦੇ ਆ ਤੇ ਬਹੁਤ ਵੱਡੀ ਗੱਲ ਆ। ਇਸੇ ਤਰ੍ਹਾਂ ਜਰਖੜ ਇੱਕ ਹੈਗੀ ਮਾਤਾ ਸਾਹਿਬ ਕੌਰ ਅਕੈਡਮੀ, ਉੱਥੇ ਜਗਰੂਪ ਸਿੰਘ ਹੁਣੀ ਬਹੁਤ ਅੱਛਾ ਕੰਮ ਕਰਦੇ। ਉਹਨਾਂ ਦੇ ਪਿੰਡ ਦੇ ਵਿੱਚ ਟਰਫ ਲਾਈ, ਫਿਰ ਸਟੇਡੀਅਮ ਬਣਾਇਆ, ਤੇ ਉੱਥੇ ਉਹਨਾਂ ਨੇ ਸਾਹਿਬ ਮਿਲਖਾ ਸਿੰਘ ਉਹਨਾਂ ਦਾ ਬੁੱਤ ਲਾਇਆ, ਧਿਆਨ ਚੰਦ ਹੋਣਾ ਦਾ ਬੁੱਤ ਲਾਇਆ, ਤੇ ਉਹ ਕਾਫੀ ਅੱਛਾ ਟੂਰਨਾਮੈਂਟ ਕਰਾਉਂਦੇ, ਬੜਾ ਵੱਡਾ ਯੋਗਦਾਨ ਪਾਉਂਦੇ ਆ। ਆਪਾਂ ਜਿੱਥੇ ਬੈਠੇ ਹਾਂ, ਸਰਜੀਤ ਸਿੰਘ ਅਕੈਡਮੀ ਹਾਕੀ ਦੀ ਨੈਸ਼ਨਲ ਪੱਧਰ ਦਾ ਟੂਰਨਾਮੈਂਟ ਕਰਾਉਂਦੀ ਆ। ਸੰਸਾਰਪੁਰ ਪਿੰਡ ਹਰ ਪੰਜਾਬੀ ਜਾਣਦਾ ਹਾਕੀ ਦੇ ਖੇਤਰ ਵਿੱਚ। ਇਵੇਂ ਜੇ ਆਪਾਂ ਫੁੱਟਬਾਲ ਲਈਏ ਤੇ ਮੈਂ ਜਿੱਥੋਂ ਲੰਘ ਕੇ ਆਇਆ, ਗੁਰਾਇਆ ਕੋਲ ਰੁੜਕਾ ਕਲਾਂ, ਮਾਲਪੁਰ ਪਟਿਆਲੇ ਦੀ ਇੱਕ ਅਕੈਡਮੀ ਨੇ ਕਾਫੀ ਨਾਮ ਕਮਾਇਆ, ਦਲਵੀਰ ਅਕੈਡਮੀ, ਕਿਸੇ ਇੱਕ ਵਿਅਕਤੀ ਨੇ ਇਹ ਕੰਮ ਅੱਗੇ ਹੋ ਕੇ ਕੀਤਾ। ਸੋ ਸਰਾਭਾ ਕਰਤਾਰ ਸਿੰਘ ਸਰਾਭਾ ਉਹਨਾਂ ਦਾ ਪਿੰਡ ਆ, ਉੱਥੋਂ ਦੀ ਵੀ ਫੁੱਟਬਾਲ ਅਕੈਡਮੀ ਕਾਫੀ ਅੱਛੀ ਆ। ਸੋ ਜੇ ਆਪਾਂ ਇੱਦਾਂ ਗੱਲ ਕਰੀਏ ਤੇ ਕਾਫੀ ਵੱਡਾ ਯੋਗਦਾਨ ਆ। ਕਈ ਲੋਕਾਂ ਨੇ ਐਥਲੈਟਿਕਸ ਦੇ ਵਿੱਚ ਕਾਫੀ ਅੱਛਾ ਕੰਮ ਕੀਤਾ। ਇਹ ਤਾਂ ਸਪੋਰਟਸ ਦਾ ਖੇਤਰ ਆ। ਦੂਜਾ ਜੋ ਕਿ ਸਾਹਿਤ ਦੇ ਖੇਤਰ ਵੀ, ਤੁਸੀਂ ਸਾਹਿਤ ਨਾਲ ਜੁੜੇ ਹੋ, ਬਹੁਤ ਅੱਛਾ ਯੋਗਦਾਨ ਪਾਉਂਦੇ। ਜਿਹੜੀ ਗੱਲ ਨੇ ਮੈਨੂੰ ਪ੍ਰਭਾਵਿਤ ਕੀਤਾ ਸੀ ਕਿ ਡਾਕਟਰ ਨਿਰਮਲ ਸਿੰਘ ਪੰਜਾਬੀ ਸੱਥ ਲਾਂਬਣਾ, ਮੋਤਾ ਸਿੰਘ ਸਰਾਏ UK ਤੋਂ, ਉਹ ਕਾਫੀ ਲੰਬੇ ਸਮੇਂ ਤੋਂ ਕੰਮ ਕਰਦੇ, ਚੰਗੀਆਂ ਕਿਤਾਬਾਂ ਛਾਪਦੇ, ਵਿਦੇਸ਼ਾਂ 'ਚ ਲੈ ਕੇ ਜਾਂਦੇ। ਤੇ ਉਹਨਾਂ ਦੀ ਹਰ ਦੇਸ਼ ਦੇ ਵਿੱਚ ਇਹਦੀ ਸੰਸਥਾ ਹੈਗੀ ਆ, ਤੇ ਕਿਤਾਬ ਪਹੁੰਚਾਉਣੀ, ਕਿਸੇ ਨੂੰ ਪੜ੍ਹਾਉਣਾ ਬਾਹਰ ਬੈਠੇ ਨੂੰ ਬਹੁਤ ਵੱਡੀ ਗੱਲ ਆ। ਬਰਗਾੜੀ ਪਿੰਡ ਪੈਂਦਾ ਇੱਕ ਫਰੀਦਕੋਟ ਜ਼ਿਲ੍ਹੇ ਦੇ ਵਿੱਚ, ਉੱਥੋਂ ਦੀ ਪੀਪਲਸ ਫੋਰਮ ਬਰਗਾੜੀ ਆ, ਉਹ ਬਹੁਤ ਹੀ ਵਧੀਆ ਕੰਮ ਕਰਦੇ ਆ। ਉਹ 2013 ਤੋਂ ਕੀ ਕਰਦੇ, 2 ਮਹੀਨਿਆਂ ਬਾਅਦ ਉਹ 5 ਕਿਤਾਬਾਂ ਲੈਂਦੇ, ਤੇ ਉਹ 5 ਕਿਤਾਬਾਂ 700-800 ਬੰਦੇ ਨੂੰ ਦਿੰਦੇ। ਮਤਲਬ ਇਸ ਵਾਰ ਉਹ 50ਵਾਂ ਸੈੱਟ ਭੇਜ ਰਿਹਾ। ਮਤਲਬ ਤੁਸੀਂ ਦੇਖੋ 50ਵਾਂ ਸੈੱਟ ਭੇਜ ਰਿਹਾ 800 ਬੰਦਿਆਂ ਨੂੰ 5 ਕਿਤਾਬਾਂ ਦਾ। ਮਤਲਬ ਕਿਸੇ ਬੰਦੇ ਨੂੰ ਤੁਸੀਂ 5 ਕਿਤਾਬਾਂ ਮੂਹਰੇ ਲਿਆ ਕੇ ਰੱਖ ਦਿਓ ਤੇ ਕਾਫੀ ਉਤਸ਼ਾਹਿਤ, ਬਹੁਤ ਵੱਡੀ ਗੱਲ ਹੈ। ਸੋ ਇੱਦਾਂ ਹੋਰ ਖੇਤਰ ਦੇ ਵਿੱਚ ਵੀ ਸਾਡੇ ਜਿਹੜੇ ਹੈਗੇ, ਈਵਨ ਸਾਹਿਤਕਾਰ ਜਦੋਂ ਇੰਟਰੈਕਟ ਕਰਦੇ ਆ ਕਾਲਜ ਸਟੂਡੈਂਟਸ ਨਾਲ, ਇਹ ਵੀ ਇੱਕ ਵੱਡਾ ਯੋਗਦਾਨ ਆ। ਤੀਜੀ ਆਪਾਂ ਗੱਲ ਕਰਾਂਗੇ ਜੋਗੀ ਜੀ, ਜਿੱਥੇ ਇਹ ਖੇਤਰ ਹੈਗਾ এনवायरमेंट ਦਾ, ਇਹਦੇ ਵਿੱਚ ਵੀ ਕਾਫੀ ਅੱਛਾ ਕੰਮ ਹੋਇਆ। ਮੈਂ 2 ਉਦਾਹਰਨਾਂ ਤੁਹਾਨੂੰ ਦੇਣੀਆਂ ਚਾਹੁੰਦਾ। ਇੱਕ ਪਿੰਡ ਪੈਂਦਾ ਰਾਏਕੋਟ ਟਾਊਨ ਪੈਂਦਾ, ਡਾਕਟਰ ਹਰਮਿੰਦਰ ਹੈਗੇ, ਉਹਨਾਂ ਦੀ ਗਦਰੀ ਬਾਬਿਆਂ ਦੇ ਨਾਮ ਤੇ ਉਹਨਾਂ ਦੀ ਅਕੈਡਮੀ ਆ, ਉਹ NGO ਆ।
ਉਹ 2015 ਤੋਂ ਕੰਮ ਕਰਦੇ ਇਸ ਪਾਸੇ ਪਰਾਲੀ ਨਾ ਸਾੜੋ ਤੇ এনवायरमेंट ਇੰਪਰੂਵਮੈਂਟ ਲਈ ਜੀ। ਤੇ ਪਿਛਲੇ ਵਾਰੀ ਉਹਨਾਂ ਨੂੰ ਜਿਹੜੀ ਆਪਣੀ ਹੈਗੀ ਆ ਕਨਫੈਡਰੇਸ਼ਨ ਆਫ ਇੰਡੀਅਨ ਇੰਡਸਟਰੀ CCI, ਉਹਨਾਂ ਨੇ ਜਿਹੜਾ ਸਾਡਾ ਪ੍ਰੋਜੈਕਟ ਸੈਂਟਰਲ ਗਵਰਨਮੈਂਟ ਨੇ ਸ਼ੁਰੂ ਕੀਤਾ, ਉਹ ਜਿਹਨੂੰ ਅਸੀਂ CSR ਕਹਿੰਦੇ ਆ, ਹੈ ਨਾ, ਤੇ ਉਹਦੇ ਤਹਿਤ ਉਹਨਾਂ ਨੂੰ ਕਾਫੀ ਜਿਹੜੇ ਮਸ਼ੀਨਰੀ ਦੇ ਇੰਸਟਰੂਮੈਂਟਸ ਉਹਨਾਂ ਨੂੰ ਦਿੱਤੇ, ਜਿੱਦਾਂ ਰੋਟਾਵੇਟਰ ਹੋ ਗਿਆ, ਹੈਪੀ ਸੀਡਰ ਹੋ ਗਿਆ, ਮਲਚਰ ਹੋ ਗਿਆ, MB ਪਲੋਰ ਹੋ ਗਿਆ, ਜਿਹੜਾ ਉਹ ਪਰਾਲੀ ਨੂੰ ਚੱਕ ਕੇ ਪੁੱਠੇ ਰੱਖ ਦਿੰਦੇ ਤੇ ਉੱਪਰ ਆ ਜਾਂਦੇ, ਥੱਲੇ ਗਲ ਸੜ ਜਾਂਦੀ ਤੇ ਕਈ ਕੱਟ ਕੇ ਪਾਉਂਦੇ। ਇਹੋ ਜਿਹੀਆਂ ਮਸ਼ੀਨਾਂ ਉਹਨਾਂ ਨੇ ਦਿੱਤੀਆਂ, ਹੈ ਨਾ, ਜਿੱਥੇ ਅਸੀਂ ਕਹਿੰਦੇ ਆ ਮਤਲਬ ਇੰਡਸਟਰੀ ਦੀ ਰਿਸਪੌਂਸਿਬਿਲਿਟੀ ਆ, ਉਹਦੇ ਚੋਂ ਮਨੀ ਲੈ ਕੇ ਉਹਨਾਂ ਨੂੰ ਮੁਹੱਈਆ ਕਰਾਇਆ ਜੀ। ਇੱਦਾਂ ਹੀ ਨੈਸ਼ਨਲ ਕਾਲਜ ਦਰਾਹਾ, ਪਵਿੱਤਰਪਾਲ ਸਿੰਘ ਪਾਂਗਲੀ ਕਿਸਾਨ ਕਲੱਬ PAU ਦੇ ਕਾਫੀ ਸਮਾਂ ਪ੍ਰਧਾਨ ਰਹੇ, ਖੇਤੀ ਦੇ ਕੰਮ 'ਚ ਉਹਨਾਂ ਕਾਫੀ ਨਵੀਆਂ ਲੀਹਾਂ ਤੇ ਕੰਮ ਕੀਤਾ ਜੀ। ਉਸ ਕਾਲਜ ਨੇ ਇਸੇ ਪ੍ਰੋਜੈਕਟ ਦੇ ਥੱਲੇ 32 ਪਿੰਡ ਅਡਾਪਟ ਕੀਤੇ ਤੇ ਲਗਭਗ 6000 ਏਕੜ 'ਚੋਂ ਇਹ ਸਾਰਾ ਕੁਝ ਕਰਕੇ ਕੀਤਾ। ਦੋ ਨਾਮ ਮੈਂ ਹੋਰ ਲੈਣੇ ਚਾਹੁੰਦਾ, ਪਦਮ ਸ਼੍ਰੀ ਬਾਬਾ ਸੇਵਾ ਸਿੰਘ ਖਡੂਰ ਸਾਹਿਬ ਵਾਲੇ ਦਰਖਤ ਲਾਉਂਦੇ ਆ, ਤੇ ਬੜਾ ਜਦੋਂ ਆਪਾਂ ਪਹਿਲੇ ਦੋ ਗੱਲਾਂ ਕੀਤੀਆਂ ਸੀ ਵੀ ਭਾਵਨਾ ਤੇ ਨਿਰਸਵਾਰਥ ਉਹਨਾਂ ਵਿੱਚ ਹੈਗਾ। ਬਿਲਕੁਲ। ਬਲਵੀਰ ਸਿੰਘ ਸੀਚੇਵਾਲ ਸਾਹਿਬ, ਹੈ ਨਾ, ਬਿਲਕੁਲ। ਜਦੋਂ ਤੁਸੀਂ ਪੁੱਛਿਆ ਸੀਗਾ ਪਬਲਿਕ ਸਰਵੈਂਟ ਦਾ ਕੀ ਰੋਲ ਆ NGOs ਦਾ, ਤੇ ਮੈਨੂੰ ਜਸਵੰਤ ਜਫਰ ਵੀ ਯਾਦ ਆਉਂਦੇ ਆ। ਉਹ ਦਰਿਆਵਾਂ ਲਈ ਕਾਫੀ ਕੰਮ ਕਰਦੇ ਆ, ਪਾਣੀ ਲਈ, ਬੁੱਢੇ ਨਾਲੇ ਲਈ ਉਹਨਾਂ ਨੇ ਇਕੱਠ ਵੀ ਕੀਤਾ ਤੇ ਨਜ਼ਮਾਂ ਵੀ ਲਿਖਦੇ ਆ ਤੇ ਲੋਕਾਂ 'ਚ ਵੀ ਜਾਂਦੇ ਆ। ਸੋ ਇਹ ਖੇਤਰ 3-4 ਹੈਗੇ ਆ ਜਿੱਥੇ NGOs ਨੇ ਸਾਡੇ ਕਾਫੀ ਕੰਮ ਚੰਗਾ ਕੀਤਾ, ਤੇ ਬਾਕੀ ਵੀ NGO। ਬਿਲਕੁਲ ਜੀ। ਤੇ ਜੇਕਰ ਹੁਣ ਅਸੀਂ ਗੱਲ ਕਰੀਏ ਕਿ ਇਹਨਾਂ ਸੰਸਥਾਵਾਂ ਤੇ ਹੁਣ ਇਸ ਵੇਲੇ ਕਿਹੜੀਆਂ ਸੰਭਾਵਨਾਵਾਂ ਇਹ ਉਪਜਦੀਆਂ ਆ, ਸਾਨੂੰ ਇਹਨਾਂ ਵੱਲ ਦੇਖਦੇ ਹਾਂ, ਅਸੀਂ ਸਮਾਜ ਵੀ ਇਹਨਾਂ ਵੱਲ ਕਈ ਵਾਰ ਮੂੰਹ ਚੱਕ ਕੇ ਦੇਖਦਾ ਹੈ, ਕਿਹੜੀਆਂ ਸੰਭਾਵਨਾਵਾਂ ਹੋਰ ਤੁਸੀਂ ਤੁਹਾਡੇ ਨਜ਼ਰ ਆਉਂਦੀਆਂ ਨੇ? ਕਿਉਂਕਿ ਜੀ ਮੈਨੂੰ ਸਭ ਤੋਂ ਵੱਡੀ ਜਿਹੜੀ ਮੇਰੀ ਪਹੁੰਚ ਵਾਲੀ ਗੱਲ ਜਿਹੜੀ ਮੈਨੂੰ ਟੱਚ ਕਰਦੀ ਹੈ, ਹਿੱਟ ਵੀ ਕਰਦੀ ਹੈ, ਇੱਕ ਤਾਂ ਸੁਸਾਇਟੀ ਤੇ ਸਾਨੂੰ ਕੇਂਦਰਿਤ ਕਰਨਾ ਚਾਹੀਦਾ। ਮੈਂ ਜਦੋਂ ਮੇਰੇ ਕੋਲ ਕਾਗਜ਼ ਪਿਆ, ਜਦੋਂ ਮੈਂ ਇਹਨਾਂ NGO ਨੂੰ ਵੇਖਿਆ ਤੇ ਮੈਂ ਦੇਖਿਆ NGO ਕਿਹੜੇ ਖੇਤਰ 'ਚ ਕੰਮ ਕਰਦੀਆਂ, ਤੇ ਮੈਂ ਉਹਦਾ ਜਦੋਂ ਡਾਟਾ ਕੱਢਿਆ ਤੇ ਮੈਂ ਦੇਖਿਆ ਕਈ NGOs ਇੱਕ ਤੋਂ ਵੱਧ ਖੇਤਰ ਤੇ ਕੰਮ ਕਰਦੀਆਂ। ਕੋਈ ਟ੍ਰੈਫਿਕ ਤੇ ਕੰਮ ਕਰਦੀ, ਉਹ ਕਲਾਵਾਂ ਤੇ ਵੀ ਕੰਮ ਕਰਦੀ, ਕਲਾ ਤੇ ਵੀ ਕੰਮ ਕਰਦੀ, ਹੈ ਨਾ, ਕੋਈ ਗੀਤ ਸੰਗੀਤ ਤੇ ਕੰਮ ਕਰਦਾ, ਉਹ ਖੇਡਾਂ ਤੇ ਵੀ ਕੰਮ ਕਰਦਾ। ਲੇਕਿਨ ਸੁਸਾਇਟੀ ਇੱਕ ਮੇਨ ਖੇਤਰ ਆ ਜਿੱਥੇ ਸਾਨੂੰ ਵਿਸ਼ੇਸ਼ ਕੰਮ ਕਰਨ ਦੀ ਲੋੜ ਹੈ। ਜਿਹੜੀ ਮੈਂ ਉਦਾਹਰਨ ਦਿੱਤੀ ਸੀ ਵੀ ਪਿੰਡਾਂ ਦੀਆਂ ਪੰਚਾਇਤਾਂ ਮਤੇ ਪਾਉਣ ਵੀ ਵਿਆਹਾਂ ਦੇ ਖਰਚੇ ਨਹੀਂ ਕਰਨੇ ਜੀ, ਮਤਲਬ ਉਹ ਵਿਆਹਾਂ ਦੇ ਖਰਚੇ ਇੱਕ ਬਹੁਤ ਵੱਡੀ ਚੀਜ਼ ਆ ਜੀ। ਗਾਇਕੀ, ਜਦੋਂ ਆਪਾਂ ਗੱਲ ਕਰਦੇ ਹਾਂ, ਇਹ ਸਾਰਥਕ ਕੰਮ ਆ, ਤੇ ਮੈਂ ਕਈ ਵਾਰੀ ਲੇਡੀ ਸੰਗੀਤ ਦੇ ਫੰਕਸ਼ਨ ਤੇ ਜਾਣਾ ਤੇ ਮਨ ਉਹਦਾ ਉਦਾਸ ਹੁੰਦਾ, ਮਤਲਬ ਉੱਥੇ ਜੋ ਕੁਝ ਹੋ ਰਿਹਾ ਹੁੰਦਾ, ਜਿੱਦਾਂ ਦਾ ਕੰਮ ਆ, ਉਸ ਪਾਸੇ ਸਾਨੂੰ ਕੰਮ ਕਰਨਾ ਚਾਹੀਦਾ। ਸਾਨੂੰ ਨੌਜਵਾਨਾਂ ਨੂੰ ਸਾਂਭਣਾ ਚਾਹੀਦਾ, ਜੋ ਕਿ ਜੀ ਇਹਦੇ ਜਦੋਂ ਆਪਾਂ ਸੁਸਾਇਟੀ ਦੀ ਗੱਲ ਕਰਦੇ ਹਾਂ ਤੇ ਉਹਨਾਂ ਦਾ ਮਨ ਕਿੱਦਾਂ ਬਦਲਣਾ। ਜਦੋਂ ਆਪਾਂ ਪ੍ਰਵਾਸ ਦੀ ਗੱਲ ਕੀਤੀ ਸੀ ਵੀ ਸਾਡੇ ਨੌਜਵਾਨ ਬਹੁਤ ਬਾਹਰ ਚਲੇ ਗਏ, ਤੇ ਮੈਨੂੰ ਬਹੁਤ ਬੰਦੇ ਕਹਿੰਦੇ ਆ ਵੀ ਲੋੜ ਆ, ਇੱਥੇ ਕੁਝ ਰੁਜ਼ਗਾਰ ਨਹੀਂ ਹੈ, ਤੇ ਇਹ ਵੀ ਇੱਕ ਜ਼ਰੂਰੀ ਹੈ ਵੀ ਉਹਨਾਂ ਨੂੰ ਸਮਝਾਵੇ ਕੌਣ ਵੀ ਉੱਥੇ ਜਾ ਕੇ ਵਿਚਰਨਾ ਕਿੱਦਾਂ, ਹੈ ਨਾ, ਉੱਥੇ ਜਾ ਕੇ ਰਹਿਣਾ ਕਿੱਦਾਂ, ਵਿਦੇਸ਼ ਜਾ ਕੇ, ਇਹ ਵੀ ਉਹਨਾਂ ਨੂੰ ਦੱਸਣ। ਬੜੇ ਉਲਾਂਭੇ ਆਏ ਆ, ਤੇ ਉਹ ਉੱਥੇ ਵਿਚਰਨਾ ਕਿੱਦਾਂ। ਕੋਈ NGO ਮਾਪਿਆਂ ਤੋਂ ਬਿਨਾਂ ਉੱਠ ਕੇ ਇਹ ਸਭ ਕੁਝ ਪੜ੍ਹਾਵੇ। ਤੁਸੀਂ ਵੇਖੋ ਆਈਲੈਟਸ ਦੇ ਕਿੰਨੇ ਹੈਗੇ ਨੇ ਸੈਂਟਰ ਖੁੱਲੇ ਆ, ਫਿਰ ਉਹਨਾਂ ਦੇ ਉਹ ਐਡਵਰਟਾਈਜ਼ਮੈਂਟ ਫਲੈਕਸ ਬੋਰਡ ਆ, TV ਚੈਨਲਸ ਤੇ ਬੜੀਆਂ ਉਹਨਾਂ ਦੀਆਂ ਐਡਸ ਆਉਂਦੀਆਂ, ਹਰ ਦੂਜੀ ਐਡ ਉਹਦੀ ਹੈਗੀ ਆ, ਆਈਲੈਟਸ ਕੇਂਦਰ ਦੀ ਆ, ਲੇਕਿਨ ਉਹਨਾਂ ਨੂੰ ਸਮਝਾਉਣ ਵਾਲਾ ਜੋਗੀ ਕੋਈ ਵੀ ਨਹੀਂ ਹੈ। ਇਹ ਵੀ ਇੱਕ NGO ਦਾ ਖੇਤਰ ਹੋਣਾ ਚਾਹੀਦਾ। ਸੋ ਸਾਨੂੰ ਸੁਸਾਇਟੀ ਨੂੰ ਸਾਂਭਣਾ ਚਾਹੀਦਾ। ਦੂਜੀ, ਕਿਉਂਕਿ ਮੈਂ ਪੁਲਿਸ ਦੀ ਨੌਕਰੀ ਕਰਦਾ, ਦੂਜੀ ਮੈਂ ਮਹਿਸੂਸ ਕਰਦਾ ਬਈ ਜਿਹੜਾ ਬੰਦਾ ਕ੍ਰਾਈਮ 'ਚ ਪੈ ਗਿਆ ਉਹਨੂੰ ਪਿੱਛੇ ਖਿੱਚਣਾ ਕਿੱਦਾਂ, ਜੋਗੀ ਜੀ ਇਹ ਬਹੁਤ ਵੱਡੀ ਗੱਲ ਆ। ਮੈਂ ਤੁਹਾਨੂੰ ਇੱਕ ਉਦਾਹਰਨ ਦੱਸਦਾ, ਜਿਹੜੀ ਮੈਂ 2005 ਦੀ ਗੱਲ ਅਦਬ-ਚਦੀ ਤੁਹਾਨੂੰ ਸੁਣਾ ਦਿੱਤੀ। ਮੈਂ ਉਹਨਾਂ ਨੇ ਸਾਡੇ ਤੋਂ ਫਾਰਮ ਭਰਾਏ ਵੀ ਤੁਸੀਂ ਕੀ ਵੇਖਣਾ ਚਾਹੁੰਦੇ ਆ। ਮੈਂ ਦੇਖਣਾ ਚਾਹੁੰਦਾ ਵੀ ਜਿਨ੍ਹਾਂ ਨਾਲ ਕੋਈ ਪਹਿਲਾਂ ਧੱਕਾ ਹੋਇਆ, ਮਰਡਰਸ ਆ, ਵੀ ਉਹ ਫੈਮਲੀਜ਼ ਨੂੰ ਮਿਲਣਾ ਚਾਹੁੰਦਾ। ਤੇ ਉਸ ਪ੍ਰੋਜੈਕਟ ਦੇ ਤਹਿਤ ਮੈਨੂੰ ਉਹ ਬੰਦਾ ਜਿਹੜਾ ਮੇਰਾ ਲਾਇਸੈਂਸ ਅਫਸਰ ਸੀ ਉਸ ਲੈ ਗਿਆ। ਜਦੋਂ ਮੈਂ ਉਸ ਘਰ ਗਿਆ ਤੇ ਉੱਥੇ 2 ਬੰਦੇ ਹੋਰ ਬੈਠੇ ਸੀ, ਤੇ ਉਹ ਵੀ ਉਹਦੇ ਬਾਰੇ ਪੁੱਛ ਰਿਹਾ ਸੀ, ਤੇ ਮੈਂ ਉਹਨੂੰ ਪੁੱਛਿਆ ਵੀ ਤੁਸੀਂ ਇਹਨਾਂ ਨੂੰ ਭੇਜਿਆ ਵੀ ਅਸੀਂ ਉੱਥੇ ਆਉਣਾ? ਕਹਿੰਦੇ ਬਿਲਕੁਲ ਨਹੀਂ। ਫਿਰ ਉਹਨੂੰ ਦੱਸਿਆ ਵੀ ਇਹ NGO ਆ, ਤੇ ਇਹ ਜੇ ਕਿਸੇ ਤੇ ਮਰਡਰ ਹੋ ਜਾਂਦਾ ਤੇ ਉਹ NGO ਨੂੰ ਸਾਂਭਦੀਆਂ। ਦੇਖੋ ਕਿੱਡੀ ਵੱਡੀ ਗੱਲ ਆ ਜੀ। 5-7 ਸਾਲਾਂ ਬਾਅਦ ਵੀ ਤੁਹਾਨੂੰ ਕਿਸ ਚੀਜ਼ ਦੀ ਲੋੜ ਹੈ ਤੇ ਦੱਸੋ। ਉਹਨੂੰ ਕਹਿੰਦੇ ਆ ਵਿਕਟਮ ਕੇਅਰ ਯੂਨਿਟਸ, ਹੈ ਨਾ, ਵੀ ਜਿਹਦੇ ਨਾਲ ਧੱਕਾ ਹੋ ਗਿਆ ਤੇ ਉਹਨੂੰ ਤੁਸੀਂ ਉਹਦੀ ਸੇਵਾ ਕਰਨੀ। ਮਤਲਬ ਇਸੇ ਤਰ੍ਹਾਂ ਸਾਡੀ ਇਹੋ ਜਿਹੀ ਕੋਈ ਸੰਸਥਾ ਨਹੀਂ ਹੈ ਜਿਹੜਾ ਬੱਚਾ ਨਸ਼ੇ 'ਚ ਫਸ ਜਾਂਦਾ ਉਹਨੂੰ ਰੋਕਣਾ ਕਿੱਦਾਂ। ਸਾਡੇ ਕੋਲ ਕੋਈ ਇਹੋ ਜਿਹੀ ਸੰਸਥਾ ਨਹੀਂ ਹੈ ਜਿੱਥੇ ਕੋਈ ਬੰਦਾ ਨਸ਼ੇ ਵੇਚਦਾ ਤੇ ਉਹਨਾਂ ਨੂੰ, ਉਹਨਾਂ ਪਰਿਵਾਰਾਂ ਨੂੰ ਕਿੱਦਾਂ ਕਹਿਣਾ। ਇਹੋ ਜਿਹੀਆਂ ਗੱਲਾਂ ਤਾਂ ਸਾਹਮਣੇ ਆਈਆਂ, ਪਿੰਡ ਵਾਲਿਆਂ ਨੇ ਉਹਨਾਂ ਨੂੰ ਘੇਰ ਲਿਆ, ਫਿਰ ਥਾਣੇ ਫੜਾਇਆ, ਆਉਂਦੀਆਂ, ਪਰ ਉਹਨਾਂ ਨੂੰ ਉਹਨਾਂ ਦੀਆਂ ਪੈੜਾਂ ਨੂੰ ਲੱਭ ਕੇ ਲੰਬਾ ਯਤਨ ਕਰਕੇ ਉਹਨਾਂ ਨੂੰ ਮੋਟੀਵੇਟ ਕਰਕੇ ਮੁੱਖ ਤਰ੍ਹਾਂ 'ਚ ਲੈ ਕੇ ਆਉਣਾ, ਉਹ ਨਹੀਂ ਹੈ। ਜੱਫੀ ਨਹੀਂ ਪਾਉਂਦੇ ਅਸੀਂ, ਜੱਫੀ ਨਹੀਂ ਪਾਉਂਦੇ, ਉਹਨਾਂ ਨੂੰ ਇੰਨਾ ਪਿਆਰ ਨਹੀਂ ਕਰਦੇ। ਉਹਦੇ ਲਈ ਜੋ ਜੀ ਤਾਂ ਸਾਡੇ ਕੋਲੇ ਨਾ ਐਡੀ ਭਾਵਨਾ, ਨਾ ਐਡਾ ਸਮਾਂ, ਨਾ ਸਾਡਾ ਇਹ ਖਿਆਲ ਹੈ।
ਬਹੁਤ ਬੰਦੇ ਇਸ ਪਾਸੇ ਕੰਮ ਕਰਦੇ ਆ, ਉਹ ਦੂਜਾ ਉਹਨੂੰ ਰੋਕ ਦਿੰਦਾ ਵੀ ਇਹ ਤਾਂ ਇਵੇਂ ਚੱਲੀ ਜਾਣਾ ਹੈ ਨਾ। ਸੋ ਇਹ ਖੇਤਰ ਹੈਗਾ ਜਿੱਥੇ ਕ੍ਰਾਈਮ ਦੇ ਦੇਖੋ ਨਾ, ਜਿਹੜੀਆਂ ਲੜਕੀਆਂ ਤੇ ਐਸਿਡ ਪਾ ਦਿੰਦੇ ਜੀ, ਤੇ ਮੰਨ ਜੋ ਹਾਈ ਕੋਰਟ ਨੇ ਡਾਇਰੈਕਸ਼ਨਸ ਦਿੱਤੀਆਂ ਵੀ ਇਹਨਾਂ ਨੂੰ ਕੀ ਮਿਲਣਾ ਚਾਹੀਦਾ ਜੀ। ਮਤਲਬ ਤੁਸੀਂ ਦੇਖੋ ਇੱਕ ਬਹੁਤ ਵੱਡਾ ਸਵਾਲ ਆ, ਮਤਲਬ ਉਹ ਕੁਝ ਦੇ ਕੇ ਵੀ ਅਸੀਂ ਉਹਨਾਂ ਦੀ ਪੂਰਤੀ ਨਹੀਂ ਕਰ ਪਾਵਾਂਗੇ ਜਿਹੜੇ ਜਿਨ੍ਹਾਂ ਦੀ ਸ਼ਕਲ ਖਰਾਬ ਹੋ ਗਈ। ਬਿਲਕੁਲ। ਸੋ ਇਸੇ ਤਰ੍ਹਾਂ ਜਿਹੜਾ ਬੱਚਾ ਕ੍ਰਾਈਮ 'ਚ ਫਸ ਗਿਆ, ਫਾਰ ਐਗਜ਼ਾਮਪਲ ਡਰੱਗਸ ਫਸ ਗਿਆ, ਉਹਨੂੰ ਉਸ ਪਾਸੇ ਰੋਕਣਾ ਕਿੱਦਾਂ ਹੈ ਨਾ, ਉਹ ਇਹ ਇੱਕ ਬਹੁਤ ਵੱਡਾ ਸਵਾਲ ਹੈ ਤੇ ਇਸ ਪਾਸੇ ਵੀ NGO ਕਾਫੀ ਯੋਗਦਾਨ ਪਾ ਸਕਦੀਆਂ ਜੀ। ਅਗਲੀ ਗੱਲ ਜਿਹੜੀ ਮੇਰੇ ਸਾਹਮਣੇ ਹੁੰਦੀ ਹੈ ਟ੍ਰੈਫਿਕ ਪੱਖੋਂ ਵੀ ਸਾਨੂੰ ਅਵੇਅਰਨੈਸ ਪੱਖੋਂ ਬਹੁਤ ਕੁਝ ਕਰਨ ਦੀ ਲੋੜ ਆ ਜੀ, ਹੈ ਨਾ। ਮੈਂ ਜਦੋਂ ਇਸ ਪ੍ਰੋਗਰਾਮ ਆਉਣਾ ਸੀ ਤੇ ਇਸ ਫੀਲਡ 'ਚ ਕੰਮ ਕਰਦੇ ਇੱਕ ਦੋ ਬੰਦੇ ਨਾਲ ਗੱਲ ਕੀਤੀ ਤੇ ਮੈਂ ਉਹਨਾਂ ਨੂੰ ਕਿਹਾ ਵੀ ਸਭ ਤੋਂ ਵੱਡਾ ਯੋਗਦਾਨ ਕੀ ਆ। ਉਹ ਕਹਿੰਦੇ ਸਰ ਇਨਫੋਰਸਮੈਂਟ, ਤੁਸੀਂ ਟ੍ਰੈਫਿਕ ਵਾਲੇ, ਪੁਲਿਸ, ਸਰਕਾਰ, ਜਿਹੜਾ ਇਨਫੋਰਸ ਨਹੀਂ ਕਰਾਂਗੇ ਤਾਂ ਕੋਈ ਰੁਕੇਗਾ ਨਹੀਂ ਜੀ, ਹੈ ਨਾ। ਸੋ ਟ੍ਰੈਫਿਕ ਸੜਕ ਮਤਲਬ ਉਹਨੂੰ ਬੜੀਆਂ ਚੀਜ਼ਾਂ ਉਹ ਦੱਸਦੇ ਆ। ਉਹ ਕਹਿੰਦੇ ਸਰ ਰੋਡਸ ਅੱਛੀਆਂ ਹੋਣੀਆਂ ਚਾਹੀਦੀਆਂ, ਰੋਡਸ ਤੇ ਤੁਹਾਡੇ ਹੋਣੇ ਚਾਹੀਦੇ ਆ ਸਾਇੰਸ ਵਗੈਰਾ, ਜਦੋਂ ਤੁਸੀਂ ਟਰਨ ਟੂ ਲੈਂਦੇ ਆ। ਸਾਡੇ ਬਹੁਤੇ ਐਕਸੀਡੈਂਟ ਮੁੱਖ ਰੋਡ ਤੇ ਚੜ੍ਹਦੇ ਹੀ ਹੋ ਜਾਂਦੇ ਹੈ ਨਾ। ਸੋ ਟ੍ਰੈਫਿਕ ਤੇ ਵੀ ਸਾਨੂੰ ਬੜਾ ਵੱਡਾ ਕੰਮ ਕਰਨ ਦੀ ਲੋੜ ਆ। ਕ੍ਰਾਈਮ ਖੇਤਰ ਵਿੱਚ ਕਿੱਦਾਂ ਬੰਦਿਆਂ ਨੂੰ ਬਾਹਰ ਲੈ ਕੇ ਆਉਣ ਦੀ ਲੋੜ ਆ, ਜੋ ਕਿ ਸਾਡੀ ਸੁਸਾਇਟੀ ਬਦਲਣ ਦੀ ਵੀ ਬਹੁਤ ਲੋੜ ਆ। ਮੈਂ ਪੁਲਿਸ ਨੌਕਰੀ ਕਰਦਿਆਂ ਦੇਖਿਆ ਸਾਡੇ 'ਚ ਜੈਲਸੀ ਬਹੁਤ ਆ ਜੀ। ਜਿੱਦਾਂ ਮੈਂ ਪਹਿਲਾਂ ਕਿਹਾ ਸੀ, ਸਾਡੀ ਕਰਨੀ ਤੇ ਕਥਨੀ 'ਚ ਬੜਾ ਫਰਕ ਆ। ਅਸੀਂ ਦੁਆਵਾਂ ਤੇ ਬੜੀਆਂ ਕਰਦੇ ਹਾਂ, ਮਤਲਬ ਹੱਥ ਉਦੋਂ ਹੀ ਝੁਕਾ ਲੈਂਦੇ ਹਾਂ, ਆਪ ਤੋਂ ਝੁਕ ਜਾਂਦੇ ਹਾਂ, ਸਾਡਾ ਮਨ ਨਹੀਂ ਝੁਕਦਾ ਜੀ। ਮਤਲਬ ਅਸੀਂ ਬਹੁਤੀ ਵਾਰੀ ਈਰਖਾ ਬਹੁਤ ਕਰਦੇ ਹਾਂ ਜੀ। ਮੈਂ ਬੜੀ ਵਾਰੀ ਵੇਖਿਆ ਜੇ ਪਿੰਡ 'ਚ ਮਾੜੀ ਮੋਟੀ ਘਟਨਾ ਹੋ ਜਾਏ ਤੇ ਲੋਕੀ ਪਰਚਾ ਇੱਕ ਨੇ ਗਲਤੀ ਕੀਤੀ ਹੁੰਦੀ ਹੈ 4 ਤੇ ਦਰਜ ਕਰਾਉਂਦੇ ਆ ਤੇ ਮੈਂ ਪੁੱਛਦਾ ਨਾ 3 ਤੇ ਹੈ ਨਹੀਂ। ਉਹ ਕਹਿੰਦੇ ਸਰ ਇੱਕ ਵਾਰੀ ਤੁਸੀਂ ਨਾ ਪਾ ਦਿਓ, FIR ਕਰ ਦਿਓ, ਬਾਅਦ 'ਚ ਕੱਢ ਦਿਓ। ਬਿਲਕੁਲ। ਪਰ ਉਹ ਉਹਨਾਂ ਦੀ ਕੱਢਣ ਉਹਨਾਂ ਨੇ ਦੇਣਾ ਨਹੀਂ, ਹੈ ਨਾ। ਸੋ ਸਾਡੇ 'ਚ ਜੈਲਸੀ ਬਹੁਤ ਆ। ਬਿਲਕੁਲ। ਮਤਲਬ ਇਹ ਜਿਹੜੀ ਆਪਾਂ ਗੱਲ ਕੀਤੀ ਸੁਸਾਇਟੀ ਬਦਲਣਾ ਕਿੱਦਾਂ, ਸਾਹਿਤ ਬਦਲ ਸਕਦਾ ਜੀ, ਚੰਗੇ ਗੀਤ ਬਦਲ ਸਕਦੇ ਆ ਜੋ ਕਿ ਜੀ ਮੈਂ ਸੋਚਦਾ ਕੋਈ ਇਹੋ ਜਿਹੀ ਸੰਸਥਾ ਹੋਵੇ ਜਿਹੜੀ ਪੜ੍ਹਨ ਲਈ ਉਤਸ਼ਾਹਿਤ ਕਰੇ। ਆਪਾਂ ਪੀਪਲਸ ਫਾਰਮ ਵਰਗੋੜੀ ਦੀ ਗੱਲ ਕੀਤੀ, ਖੁਸ਼ਵੰਤ ਸਿੰਘ ਅੱਛਾ ਕੰਮ ਕਰਦੇ ਆ। ਇੱਦਾਂ ਲੋਕਾਂ ਨੂੰ ਅਸੀਂ ਬਹੁਤ ਖੁੱਭ ਕੇ ਪੜ੍ਹਾਈਏ। ਪੜ੍ਹਨ ਪੱਖੋਂ ਵੀ ਅਸੀਂ ਬਹੁਤ ਪਿੱਛੇ ਚਲੇ ਗਏ, ਪੜ੍ਹਦੇ ਹੈ ਹੀ ਨਹੀਂ ਆ, ਸਾਡੀ ਪਰਿਭਾਸ਼ਾ 'ਚ ਨਹੀਂ ਆ। ਅਸੀਂ ਗੀਤ ਸੁਣ ਸਕਦੇ ਹਾਂ, ਅਸੀਂ ਚੰਗਾ ਖਾ ਪੀ ਦਾ ਸ਼ੌਂਕ ਰੱਖ ਸਕਦੇ ਹਾਂ, ਲੇਕਿਨ ਪੜ੍ਹਨ ਵਾਲੇ ਪਾਸੇ ਨਹੀਂ ਆਉਂਦੇ। ਸੋ ਇਹ ਖੇਤਰ ਆ ਜਿੱਥੇ ਸਾਨੂੰ ਕੰਮ ਕਰਨਾ ਚਾਹੀਦਾ। ਬਹੁਤ ਅੱਛੀਆਂ ਜਿਹੜੀਆਂ ਇਹ ਗੱਲਾਂ ਨੇ ਕਿ ਜਿਹੜੇ ਖੇਤਰ ਆ ਉਹ ਇਹ ਇਸ ਵੇਲੇ ਲੋੜ ਮੰਗਦੇ ਆ, ਮੁੱਖ ਸਮੇਂ ਦੀ ਲੋੜ ਆ ਕਿ ਇਹਨਾਂ ਦੇ ਵਿੱਚ ਇਹ ਅੱਗੇ ਆਉਣ। ਜਿਹੜੀਆਂ ਸਾਡੀਆਂ ਗੈਰ ਸਰਕਾਰੀ ਸੰਸਥਾਵਾਂ NGO ਜਿਹੜੀਆਂ ਉਹ ਅੱਗੇ ਆਣ ਕੇ ਇਸ ਖੇਤਰ ਦੇ ਵਿੱਚ ਹੋਣ ਤੇ ਕਾਫੀ ਕੁਝ ਸੁਧਾਰ ਸਾਨੂੰ ਦੇਖਣ ਨੂੰ ਮਿਲ ਸਕਦਾ ਹੈ। ਤੇ ਜੇਕਰ ਗੱਲ ਕਰੀਏ ਹੁਣ ਅਸੀਂ ਕਿ ਸਮਾਜ ਭਾਵੇਂ ਇੱਕ ਕੱਛਾਂ ਦੇ ਵਿੱਚ ਬਾਹਾਂ ਲੈ ਕੇ ਖੜਾ ਉਹਨਾਂ ਨੂੰ ਦੇਖ ਰਿਹਾ ਵੀ ਇਹ ਕੀ ਕਰ ਰਹੇ ਆ, ਕਿਉਂਕਿ ਮੈਂ ਕੌਮੀ ਸੇਵਾ ਯੋਜਨਾ ਦੇ ਨਾਲ ਜੁੜਿਆ ਰਿਹਾ, ਜਿੰਨੇ ਦੇਰ ਮੈਂ ਕਾਲਜ ਪੜ੍ਹਦਾ ਰਿਹਾ ਇਹਦੇ ਨਾਲ ਜੁੜਿਆ ਰਿਹਾ। ਅਸੀਂ ਉੱਥੇ ਨਿਰਸਵਾਰਥ ਸੇਵਾ ਕਰਦੇ ਹਾਂ, ਲੋਕਾਂ ਨੂੰ ਇੱਕ ਜੀਣ ਦਾ ਸਲੀਕਾ ਸਿਖਾਈਦਾ, ਪਰ ਫਿਰ ਵੀ ਲੋਕ ਜਿਹੜੇ ਆ ਟੋਕਾ ਟਾਕੀ ਕਰਦੇ ਆ। ਹੁਣ ਸਮਾਜ ਜਿਹੜਾ ਆ ਉਹਦਾ ਰੋਲ ਕੀ ਬਣਦਾ ਹੈ ਕਿ ਇਹਨਾਂ ਸੰਸਥਾਵਾਂ ਨੂੰ ਕਿਹੋ ਜਿਹਾ ਯੋਗਦਾਨ ਕਿ ਉਹ ਆਰਾਮ ਦੇ ਨਾਲ ਆਪਣਾ ਕੰਮ ਕਰਨ, ਕਿਉਂਕਿ ਕਈ ਵਾਰ ਤਾਂ ਖਬਰਾਂ ਇਹ ਵੀ ਆਈਆਂ ਕੋਈ ਬੂਟੇ ਲਾ ਕੇ ਜਾਂਦਾ ਦੂਸਰੇ ਦਿਨ ਪੁੱਟੇ ਜਾਂਦੇ ਆ। ਜੋਗੀ ਜੀ ਦੇਖੋ ਇੱਥੇ ਆਪਾਂ ਇਹਨੂੰ ਇਸ ਲੜੀ ਨਾਲ ਵੀ ਜੋੜ ਸਕਦੇ ਹਾਂ ਵੀ ਇਹਨਾਂ NGOs ਦੇ ਕੰਮਕਾਰ 'ਚ ਰੁਕਾਵਟ ਕੀ ਆ। ਜਿੱਥੇ ਆਪਾਂ ਕਹਿੰਦੇ ਹਾਂ ਵੀ ਕੰਮ ਕਰਨ ਵਾਲੇ ਚੱਲ ਜਾਣ ਤੇ ਕੰਮ ਕਰਨ ਦਿੱਤਾ ਜਾਵੇ, ਐਕਚੁਅਲੀ ਕੰਮ ਵੀ ਉਹਨਾਂ ਨਾਲ ਹੀ ਕਰਨਾ। NGOs ਦੀ ਹੋਂਦ ਉਹ ਸਾਗਰ ਦੀਆਂ ਲਹਿਰਾਂ ਵਾਂਗ ਆ, ਹੈ ਨਾ, ਉਹਨਾਂ ਦਾ ਅਨਿੱਖੜਵਾਂ ਉਹਨਾਂ ਦਾ ਹਿੱਸਾ ਆ ਜੀ। ਸੋ ਜਿਹੜੀ ਗੱਲ ਮੇਰੇ ਜ਼ਿਹਨ 'ਚ ਆਉਂਦੀ, ਇੱਕ ਤਾਂ ਅਸੀਂ ਸਾਡੇ 'ਚ ਨਿੱਜ ਬਹੁਤ ਆ ਜੀ, ਹੈ ਨਾ, ਅਸੀਂ ਇੰਡੀਵਿਜੂਅਲਪਨ ਬਹੁਤ ਆ ਜੀ। ਮਤਲਬ ਸਰਬ ਸਾਂਝੀਵਾਲਤਾ ਦਾ ਸੁਨੇਹਾ ਤੇ ਅਸੀਂ ਦਿੰਦੇ ਆ, ਪਰ ਇਸ ਪਾਸੇ ਜਾਂਦੇ ਨਹੀਂ ਜੀ, ਹਟਾਉਂਦੇ ਨਹੀਂ। ਸੋ ਮੈਂ ਸੋਚਦਾ ਜਿਹੜੀਆਂ NGOs ਆ ਉਹ ਇਸ ਕਰਕੇ ਨਹੀਂ ਬਹੁਤੀਆਂ ਸਫਲ ਹੋ ਰਹੀਆਂ ਕਿ ਅਸੀਂ ਨਿੱਜ ਵਾਲੇ ਪਾਸੇ ਆ, ਹੈ ਨਾ, ਕਿ ਇਹ ਵਿਸ਼ਾ ਹੀ ਸਰਬ ਸਾਂਝੀਵਾਲਤੇ ਦਾ। ਦੂਜੀ ਚੀਜ਼ ਜਿਹੜੀ ਮੇਰੇ ਸਾਹਮਣੇ ਹੁੰਦੀ ਹੈ ਜੋ ਕਿ ਜੀ ਅਸੀਂ ਮਤਲਬ ਜਦੋਂ ਕੋਈ ਕੰਮ ਕਰਦੇ ਹਾਂ ਤੇ ਅਸੀਂ ਉਹਦੀ ਸਕਰੀਨ ਤੇ ਆ ਜਾਣਾ ਚਾਹੁੰਦੇ ਹਾਂ। ਸਕਰੀਨ ਦੀ ਤਾਂ ਕੋਈ ਮਾੜੀ ਗੱਲ ਨਹੀਂ, ਲੇਕਿਨ ਸਕਰੀਨ ਦੀ ਭੁੱਖ ਮਾੜੀ ਗੱਲ ਆ, ਹੈ ਨਾ। ਮੈਂ ਬਹੁਤ ਬੰਦਿਆਂ ਨੂੰ ਵੇਖਿਆ ਉਹ ਵਿਜ਼ਿਟਿੰਗ ਕਾਰਡ ਉਹਦੀ ਛਪਾ ਲੈਂਦੇ ਆ, ਐਂਟੀ ਕਰਪਸ਼ਨ ਸੁਸਾਇਟੀ ਨਾਲੋਂ ਨਾਲ ਲਿਖ ਕੇ ਸਾਨੂੰ ਭੇਜ ਦਿੰਦੇ ਆ, ਫਿਰ ਉਹ ਲਿਖ ਦਿੰਦੇ ਹਿਊਮਨ ਰਾਈਟਸ ਐਕਟਿਵਿਸਟ। ਦੋਨੋਂ ਚੀਜ਼ਾਂ ਮਾੜੀਆਂ ਨਹੀਂ, ਬਹੁਤ ਚੰਗੀਆਂ, ਪਰ ਉਹ ਕਈ ਦਫਾ ਉਹ ਕਾਰਡ ਤੱਕ ਸੀਮਤ ਰਹਿ ਜਾਂਦੀਆਂ ਜੀ, ਹੈ ਨਾ। ਸੋ ਇਸ ਪੱਖੋਂ ਹੈਗਾ ਵੀ ਸਾਡੀ ਸੋਚ ਕੀ ਹੈ, ਅਸੀਂ ਸੋਚਦੇ ਕੀ ਹਾਂ। ਮਤਲਬ ਇਹ ਇੱਕ ਬਹੁਤ ਵੱਡੀ
ਅਸੀਂ ਯੋਗੀ ਜੀ ਬੋਲਦੇ ਆ ਸੁਣਦੇ ਨਹੀਂ ਜੀ ਜੀ ਹਨਾ? ਜੀ ਜੀ ਤੇ ਜੀ ਅਸੀਂ ਕਿਸੇ ਤੋਂ ਕੰਮ ਕਰਾਉਣਾ ਚਾਹੁੰਦੇ ਆ ਪਰ ਅਸੀਂ ਕਰਨਾ ਨਹੀਂ ਚਾਹੁੰਦੇ। ਸੋ ਇਹ ਜਿਹੜੇ ਸਾਡੀਆਂ ਫਿਤਰਤ ਆ ਪੰਜਾਬੀਆਂ ਦੀਆਂ, ਇਹ ਵੱਡੀ ਰੁਕਾਵਟ ਆ। ਮੈਂ ਦੇਖਦਾ ਬਾਹਰ ਦੇ ਲੋਕ ਬਹੁਤ ਕੰਮ ਕਰਦੇ ਜੀ। ਗੱਲ ਫਿਰ ਲੰਬੀ ਨਾ ਚਲੀ ਜਾਵੇ। ਜੀ। ਮੇਰੇ ਇੱਕ ਕਲੀਗ ਹੈ, ਮੈਂ ਉਹਨਾਂ ਨਾਲ ਜਦੋਂ ਕੰਮ ਕਰਦਾ, ਉਹ ਸਾਊਥ ਦੇ ਆ ਤੇ ਉਹ ਕਈ ਦਫਾ ਸਾਰਾ ਦਿਨ ਕੰਮ ਕਰਦੇ ਤੇ ਮੈਂ ਉਹਨਾਂ ਨੂੰ ਕਹਿਣਾ ਹੁੰਦਾ ਚਾਹ ਚੂਹ ਪੀ ਲਈਏ, ਕਹਿੰਦੇ ਸਰ ਨਹੀਂ ਫਿਰ ਡਿਸਟਰਬੈਂਸ ਹੁੰਦੀ ਆ। ਮੈਂ ਅਕਸਰ ਫੋਨ ਸੁਣਦਾ, ਉਹ ਕਹਿੰਦੇ ਸਰ ਫੋਨ ਸਾਇਲੈਂਸ ਤੇ ਲਾ ਲਓ, ਆਪਾਂ ਕਨਸੈਂਟਰੇਟ ਨਹੀਂ ਕਰ ਪਾ ਰਹੇ। ਤੇ ਮੈਂ ਕੁਰਸੀ ਤੇ ਬੈਠਾ ਉਹਨਾਂ, ਉਹ ਖੜ ਜਾਂਦੇ ਆ ਤੇ ਮੈਂ ਕਹਿੰਦਾ ਉਹਨਾਂ ਬਹਿ ਜਾਓ ਥੋੜਾ ਜਿਹਾ, ਕਹਿੰਦੇ ਨਹੀਂ ਸਰ ਖੜ ਕੇ ਮੈਂ ਜ਼ਿਆਦਾ ਕੰਮ ਕਰ ਸਕਦਾ। ਅੱਛਾ। ਮਤਲਬ ਇਹ ਉਹਨਾਂ ਲੋਕਾਂ ਦੇ ਸਾਊਥ ਭਾਵਨਾ ਉਹ ਤਾਮਿਲਨਾਡੂ ਨੂੰ ਬਿਲੋਂਗ ਕਰਦੇ ਆ ਤੇ ਮੈਨੂੰ ਉਹ ਸਟੇਟਸ ਚੰਗੀਆਂ ਲੱਗਦੀਆਂ ਕਿਰਤ ਪੱਖੋਂ ਜੀ। ਸੋ ਉਹਨਾਂ ਦੀ ਸੋਚ ਬੜੀ ਪੋਜ਼ਿਟਿਵ ਆ, ਜਦੋਂ ਕੰਮ ਤੇ ਦਬ ਕੇ ਕੰਮ ਕਰਦੇ ਆ। ਸੋ ਇਸ ਕਰਕੇ ਸਾਨੂੰ ਕੰਮ ਦਬ ਕੇ ਕਰਨਾ ਚਾਹੀਦਾ, ਕਿਉਂਕਿ ਜੀ ਇੱਕ ਇਹ ਵੀ ਅਸੀਂ ਥੋੜਾ ਆਰਗੇਨਾਈਜ਼ਡ ਨਹੀਂ ਆ, ਹੈ ਨਾ। ਮਤਲਬ NGO ਚੱਲੀ ਜਿਹਦੇ ਸਹਾਰਾ, ਉਹ ਵੀ ਅੱਛਾ ਕੰਮ ਕਰਦੀ ਆ, ਹੈ ਨਾ। ਟ੍ਰੈਫਿਕ ਵਾਲੇ ਵੀ ਅੱਛਾ ਕੰਮ ਕਰਦੇ ਆ, ਕਈ ਲੋਕਾਂ ਨੇ ਨਸ਼ਾ ਛੁਡਾਊ ਕੇਂਦਰ ਖੋਲ੍ਹੇ ਹੋਏ ਆ, ਪਰ ਇਹਨਾਂ ਨੂੰ ਕੋਈ ਟੈਕਨੀਕਲ ਬੰਦਾ, ਕੋਈ ਡਾਕਟਰ, ਕੋਈ ਸਾਲ 'ਚ ਕਿੰਨਾ ਕੰਮ ਕੀਤਾ, ਇਹਦੇ ਰਿਜ਼ਲਟ ਕੀ ਆ, ਅਸੀਂ ਆਪਣੇ ਕੰਮ ਨੂੰ ਡਾਕੂਮੈਂਟੇਸ਼ਨ ਵੀ ਨਹੀਂ ਕਰਦੇ। ਇਹ ਵੀ ਸਾਡਾ ਇੱਕ ਬਹੁਤ ਜ਼ਰੂਰੀ ਕੰਮ। ਜਿਹਦੇ ਪੈਸੇ ਦੀ ਬੈਲੈਂਸ ਸ਼ੀਟ ਆਪਾਂ ਬਣਾਈ ਦੀ, ਉੱਥੇ ਸਾਡੇ ਕੰਮਾਂ ਦੀ ਵੀ ਬੈਲੈਂਸ ਸ਼ੀਟ ਹੋਣੀ ਚਾਹੀਦੀ ਹੈ। ਤੇ ਜਾਂਦੇ ਜਾਂਦੇ ਸਾਡੇ ਇਸ ਪ੍ਰੋਗਰਾਮ ਦੇ ਰਾਹੀਂ ਇਹਨਾਂ ਸੰਸਥਾਵਾਂ ਨੂੰ, ਸਮਾਜ ਨੂੰ, ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਤੁਸੀਂ ਕੀ ਸੁਨੇਹਾ ਦੇਣਾ ਚਾਹੁੰਦੇ ਹੋ? ਜੋਗੀ ਜੀ, ਮੈਂ ਬੇਨਤੀ ਕਰਨਾ ਚਾਹੁੰਦਾ ਆਪਣੇ ਦਰਸ਼ਕਾਂ ਨੂੰ ਜੀ, NGOs ਦੀ ਹੋਂਦ ਸਾਗਰ ਦੀਆਂ ਲਹਿਰਾਂ ਵਾਂਗ ਆ ਜੋ ਜ਼ਿੰਦਗੀ 'ਚ ਤਾਜ਼ਗੀ ਭਰਦੀਆਂ ਜੀ। NGO ਦੀ ਹੋਂਦ ਉਸ ਚੀਜ਼ ਵਾਂਗ ਆ ਜਿਹੜੀ ਸਮਾਜ ਦਾ ਰੌਲਾ ਰੱਪਾ ਸੋਖ ਲੈਂਦੀਆਂ ਤੇ ਮਧੁਰ ਸੰਗੀਤ ਪੈਦਾ ਕਰਦੀਆਂ। ਸੋ ਸਾਨੂੰ ਕੰਮ ਕਰਨਾ ਚਾਹੀਦਾ NGOs ਨਾਲ ਰਲ ਕੇ, ਔਰ ਇਹਦੀ ਬਹੁਤ ਵੱਡੀ ਲੋੜ ਆ ਪੰਜਾਬ ਨੂੰ ਇਸ ਵੇਲੇ, ਸਾਡੇ ਸਮਾਜ ਨੂੰ ਇਸ ਵੇਲੇ ਬਹੁਤ ਵੱਡੀ ਲੋੜ ਆ ਪਲੀਜ਼। ਬਿਲਕੁਲ ਜੀ, ਔਰ ਸੱਚਮੁੱਚ ਸਾਡੇ ਇਸ ਸੰਸਥਾਵਾਂ ਦੀ, ਸਾਡੀਆਂ ਇਹਨਾਂ NGOs ਦੀ ਬੜੀ ਲੋੜ ਹੈ। ਸਾਨੂੰ ਸਾਰਿਆਂ ਨੂੰ ਇਕਜੁੱਟ ਹੋ ਕੇ ਹੱਥ ਦੇ ਨਾਲ ਹੱਥ ਮਿਲਾ ਕੇ ਅੱਗੇ ਵਧਣਾ ਚਾਹੀਦਾ ਹੈ। ਔਰ ਬਹੁਤ ਸਾਰੀ ਵਿਸਤਾਰਪੂਰਵਕ ਚਰਚਾ ਜਿਹੜੀ ਇਸੇ ਵਿਸ਼ੇ ਦੇ ਉੱਪਰ ਅਸੀਂ ਕੀਤੀ ਹੈ। ਸਰਦਾਰ ਗੁਰਪ੍ਰੀਤ ਸਿੰਘ ਤੂਰ ਜੀ, ਤੁਹਾਡਾ ਬਹੁਤ ਬਹੁਤ ਅਸੀਂ ਧੰਨਵਾਦ ਕਰਦੇ ਹਾਂ ਕਿ ਸਾਡੀ ਇਸ ਚਰਚਾ ਦੇ ਵਿੱਚ ਤੁਸੀਂ ਉਚੇਚੇ ਤੌਰ ਤੇ ਬੇਸ਼ਕੀਮਤੀ ਸਮਾਂ ਕੱਢ ਕੇ ਹਾਜ਼ਰ ਹੋਏ। ਮੈਂ ਜਲੰਧਰ ਦੂਰਦਰਸ਼ਨ ਦਾ ਤੁਹਾਡਾ, ਆਪਣੇ ਦਰਸ਼ਕਾਂ ਦਾ ਬਹੁਤ ਸ਼ੁਕਰਗੁਜ਼ਾਰ ਹਾਂ। ਸ਼ੁਕਰੀਆ ਜੀ, ਬਹੁਤ ਮਿਹਰਬਾਨੀ।